हाँ जी विद्यार्थियों, 12वीं क्लास वालिਆਂ ਦਾ ਹੈਗਾ ਕੰਪਿਊਟਰ ਦਾ ਪੇਪਰ ਕੱਲ੍ਹ ਯਾਨੀ ਕਿ 19 ਮਈ ਨੂੰ। ਤਾਂ ਇੰਪੋਰਟੈਂਟ ਕੁਐਸਚਨ ਆਨਸਰ ਕਰਾਂਗੇ। 50 ਨੰਬਰ ਦਾ ਤੁਹਾਡਾ ਇਹ ਪੇਪਰ ਆਊਗਾ। 2 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ। ਤਾਂ ਇੱਕ ਇੰਪੋਰਟੈਂਟ ਜੀ ਗੱਲ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਇੱਕ ਨੰਬਰ ਵਾਲੇ ਪ੍ਰਸ਼ਨ ਹਨ, ਜਿਵੇਂ ਕਿ MCQ, ਫਿਲਿਪਸ ਅਤੇ ਟਰੂ ਫਾਲਸ, ਇਹ ਤਿੰਨਾਂ ਨੂੰ ਮਿਲਾ ਕੇ ਦੋਸਤੋ 18 ਨੰਬਰ ਦੇ ਤੁਹਾਨੂੰ ਇਹੀ ਆਉਣੇ ਆ 50 ਨੰਬਰ ਦੇ ਵਿੱਚੋਂ। ਇੱਕ ਨੰਬਰ ਵਾਲੇ ਜਿਹੜੇ ਹੈਗੇ 6 ਫਿਲਿਪਸ ਆਉਣਗੀਆਂ, 6 MCQ ਆਉਣਗੇ, 6 ਸਹੀ ਗਲਤ ਆਉਣਗੇ, ਅਤੇ 4 ਨੰਬਰ ਵਾਲੇ ਪ੍ਰਸ਼ਨ ਵੀ ਆਉਣਗੇ ਤੁਹਾਨੂੰ, ਅਤੇ 6 ਅੰਕਾਂ ਵਾਲੇ ਵੀ ਆਉਣਗੇ। ਅਤੇ 6 ਅੰਕ ਵਾਲਾ ਦੋਸਤੋ ਜਿਹੜਾ ਪ੍ਰਸ਼ਨ ਹੈ ਦੋਸਤੋ, ਤੁਸੀਂ ਆਪਣਾ ਤੀਸਰੇ ਚੈਪਟਰ ਦੇ ਵਿੱਚੋਂ ਤਿਆਰ ਕਰ ਲਿਓ। ਕੰਪਿਊਟਰ ਨੈਟਵਰਕ ਦੇ ਵਿੱਚੋਂ ਤੁਹਾਨੂੰ ਇੱਕ 6 ਨੰਬਰ ਵਾਲਾ ਕੁਐਸਚਨ ਆਏਗਾ। ਅਤੇ ਇਸ ਤੋਂ ਬਾਅਦ ਜਿਹੜਾ ਹੈਗਾ 5ਵਾਂ ਚੈਪਟਰ ਹੈ ਜਿਹੜਾ ਤੁਹਾਡਾ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਐਕਸਪਰਟ ਸਿਸਟਮ, ਇਹਦੇ ਵਿੱਚ ਵੀ ਤੁਹਾਨੂੰ ਇੱਕ ਜਿਹੜਾ 6 ਨੰਬਰ ਵਾਲਾ ਕੁਐਸਚਨ ਪੁੱਛਿਆ ਜਾਏਗਾ, ਅਤੇ ਉਹਦੇ ਨਾਲ ਤੁਹਾਨੂੰ ਇੰਟਰਨਲ ਚੁਆਇਸ ਵੀ ਮਿਲੇਗੀ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੰਪੋਰਟੈਂਟ ਕੁਐਸਚਨ ਆਨਸਰ ਪਹਿਲਾ ਪਾਰਟ ਹੈਗਾ ਤੁਹਾਡਾ ਆਫਿਸ ਆਟੋਮੇਸ਼ਨ ਅਤੇ ਟਾਈਪਿੰਗ। ਤਾਂ ਪਹਿਲਾਂ ਤੁਹਾਨੂੰ MCQ ਪੁੱਛੇ ਜਾਣਗੇ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ ਕਿ ਡੈਸ਼ ਵਰਡ ਪ੍ਰੋਸੈਸਰ ਸੌਫਟਵੇਅਰ ਹੈ। ਤਾਂ ਦੋਸਤੋ MS ਵਰਡ ਜਿਹੜਾ ਹੈਗਾ ਵਰਡ ਪ੍ਰੋਸੈਸਰ ਸੌਫਟਵੇਅਰ ਹੈ। ਦੂਸਰਾ ਪ੍ਰਸ਼ਨ ਕੀ ਹੈ ਕਿ ਸਪੈਲਿੰਗ ਅਤੇ ਗ੍ਰਾਮਰ ਦੀ ਜਾਂਚ ਕਰਨ ਲਈ F7 ਕੀ ਵਰਤੀ ਜਾਂਦੀ ਹੈ। ਉਸ ਤੋਂ ਬਾਅਦ ਕੀ ਹੈ ਕਿ ਵਰਡ ਵਿੱਚ ਜਿਹੜਾ ਹੈਗਾ ਡੈਸ਼ ਆਪਸ਼ਨ ਯਾਨੀ ਕਿ ਪੇਜ ਸੈਟਅਪ ਆਪਸ਼ਨ ਜਿਹੜਾ ਹੈਗਾ, ਠੀਕ ਹੈ ਜੀ, ਦੇ ਪੇਜ ਢਾਂਚੇ ਅਤੇ ਲੇਆਊਟ ਨੂੰ ਬਦਲਦਾ ਹੈ। ਉਸ ਤੋਂ ਬਾਅਦ ਪ੍ਰਸ਼ਨ ਕੀ ਹੈ ਆਪਣਾ ਚੌਥਾ ਦਾ ਦੇਖੋ, ਇਹਦੇ ਵਿੱਚ ਕੀ ਹੈ ਕਿ ਡੈਸ਼ ਯਾਨੀ ਕਿ ਦੋਸਤੋ ਇਹਦੇ ਵਿੱਚ MS ਐਕਸਲ ਇਲੈਕਟ੍ਰੋਨਿਕ ਸਪਰੈਡਸ਼ੀਟ ਸੌਫਟਵੇਅਰ ਹੈ ਜੋ ਸਵੈਚਾਲਿਤ ਗਣਨ ਲਈ ਵਰਤਿਆ ਜਾਂਦਾ ਹੈ, ਠੀਕ ਹੈ ਜੀ। ਅਤੇ ਅਗਲਾ ਪ੍ਰਸ਼ਨ ਕੀ ਹੈ ਇੱਥੇ ਕਿ ਡੈਸ਼ ਫੋਟੋ ਯਾਨੀ ਕਿ ਫੋਰਮੈਟਿੰਗ ਫੋਟੋ ਦਾ ਜਿਹੜਾ ਹੈਗਾ ਦੋਸਤੋ ਸਟਾਈਲ, ਆਕਾਰ, ਰੰਗ, ਇਟੈਲਿਕ, ਅੰਡਰਲਾਈਨ ਅਤੇ ਹੋਰ ਸੰਬੰਧਿਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈ ਹੁਣ ਖਾਲੀ ਥਾਵਾਂ ਪਰ, ਉਹ ਤਾਂ ਦੇਖੋ ਇਹਦੇ ਵਿੱਚ ਕੀ ਆ ਜਾਏਗਾ। ਤਾਂ ਮਿਨ ਅਤੇ ਮੈਕਸ ਯਾਨੀ ਕਿ ਮਿਨੀਮਮ ਅਤੇ ਮੈਕਸੀਮਮ ਜਿਹੜਾ ਹੈਗਾ ਵਾ ਦੋਸਤੋ ਫੰਕਸ਼ਨ ਸੀਮਾ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ। ਦੂਸਰਾ ਕੀ ਹੈ ਫਿਲਟਰ ਵਿਕਲਪ ਐਕਸ਼ਨ ਦੀ, ਠੀਕ ਹੈ ਜੀ, ਡਾਟਾ ਟੈਬ ਵਿੱਚ ਉਪਲਬਧ ਹੈ। ਉਸ ਤੋਂ ਬਾਅਦ ਪ੍ਰਸ਼ਨ ਕੀ ਹੈ ਤੀਸਰਾ ਆਪਣਾ ਕਿ ਜੇ ਕਰਸਰ ਨੂੰ ਫਾਈਲ ਦੇ ਅਖੀਰ ਵਿੱਚ ਰੱਖਿਆ ਗਿਆ ਹੈ ਤਾਂ ਟੈਕਸਟ ਨੂੰ ਮਿਟਾਉਣ ਲਈ ਜਿਹੜਾ ਹੈਗਾ ਦੋਸਤੋ ਕਿਹੜਾ ਉਹ ਬੈਕ ਸਪੇਸ ਬਟਨ ਦਬਾਇਆ ਜਾਂਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਚੌਥਾ ਕੀ ਹੈ ਕਿ ਪੇਜ ਸੈਟਅਪ ਦੇ ਲਈ ਜਿਹੜਾ ਓਰੀਐਂਟੇਸ਼ਨ ਦੇ ਜੋ 2 ਵਿਕਲਪ ਯਾਨੀ ਕਿ ਦੋਸਤੋ ਆਪਣਾ ਪੋਰਟਰੇਟ ਅਤੇ ਲੈਂਡਸਕੇਪ ਹਨ। ਉਸ ਤੋਂ ਬਾਅਦ ਕੀ ਹੈ ਤਾਂ ਦੇਖੋ ਜਿਹੜਾ ਹੈਗਾ ਬਰਾਬਰ ਯਾਨੀ ਕਿ ਬਰਾਬਰ ਚਿੰਨ੍ਹ ਐਕਸ਼ਨ ਗਣਨਾ ਵਿੱਚ ਕਿਸੇ ਵੀ ਫਾਰਮੂਲੇ ਜਿਹੜੇ ਫੰਕਸ਼ਨ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ। ਤਾਂ ਹੁਣ ਦੇਖੋ ਬਹੁਤ ਹੀ ਛੋਟੇ ਉੱਤਰਾਂ ਵਾਲੇ ਜਿਹੜੇ ਪ੍ਰਸ਼ਨ ਹਨ। ਤਾਂ ਦੇਖੋ ਕੀ ਹੈ WYSIWYG ਦਾ ਪੂਰਾ ਨਾਮ ਲਿਖੋ। ਤਾਂ ਇਹਦਾ ਹੈ ਕਿ ਵਟ ਯੂ ਸੀ ਇਜ਼ ਵਟ ਯੂ ਗੈਟ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈ ਵਰਡ ਡਾਕੂਮੈਂਟ ਵਿੱਚ ਟੈਕਸਟ ਨੂੰ ਮੂਵ ਕਰਨ ਲਈ ਸ਼ਾਰਟ ਕੀ ਲਿਖੋ। ਤਾਂ ਦੋਸਤੋ CTRL+X, ਠੀਕ ਹੈ ਜੀ, ਅਤੇ ਆਪਣਾ CTR+V, ਠੀਕ ਹੈ। ਉਸ ਤੋਂ ਬਾਅਦ ਕੀ ਹੈ ਇਸ ਨੂੰ CTR ਨੂੰ ਮਤਲਬ ਕੰਟਰੋਲ ਵੀ ਕਹਿੰਦੇ ਹਨ। ਅਤੇ ਅਗਲਾ ਪ੍ਰਸ਼ਨ ਕੀ ਹੈ ਕਿ 4 ਕਿਸਮਾਂ ਦੇ ਜਿਹੜੇ ਹੈਗੇ ਆ ਅਲਾਈਨਮੈਂਟਸ ਦੇ ਨਾਮ ਲਿਖੋ। ਲੈਫਟ, ਸੈਂਟਰ, ਰਾਈਟ, ਜਸਟੀਫਾਈ, ਠੀਕ ਹੈ ਜੀ। ਅਤੇ ਅਗਲਾ ਪ੍ਰਸ਼ਨ ਕੀ ਹੈ ਕਿ ਕਿਹੜਾ ਐਕਸ਼ਨ ਫੰਕਸ਼ਨ ਵੱਖ-ਵੱਖ ਸੈੱਲਾਂ ਦੇ ਭਾਗਾਂ ਨੂੰ ਇੱਕ ਸੈੱਲ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ। ਤਾਂ ਦੋਸਤੋ ਉਹ ਹੈ ਆਪਣਾ ਜਿਹੜਾ ਕੌਨਕਾਟੀਨੇਟ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈ ਕਿਸੇ ਵੀ 2 ਜਿਹੜਾ ਹੈਗਾ ਫੌਂਟ ਦਾ ਨਾਮ ਲਿਖੋ ਜੋ ਕਿ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਵਰਤਿਆ ਜਾ ਸਕਦਾ ਹੈ। ਤਾਂ ਦੋਸਤੋ ਇਹਦੇ ਵਿੱਚ ਹੈ ਅਨਮੋਲ ਲਿਪੀ, ਰਾਵੀ, ਜੋਆਏ, ਅਸੀਸ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ 4 ਜਾਂ 5 ਲਾਈਨਾਂ ਵਿੱਚ ਉੱਤਰ ਲਿਖਿਓ। ਤਾਂ ਦੇਖੋ ਐਕਸਲ ਕੀ ਹੈ। ਤਾਂ ਦੋਸਤੋ ਦੇਖੋ ਮਾਈਕਰੋਸਾਫਟ ਐਕਸਲ ਇੱਕ ਜਿਹੜਾ ਹੈਗਾ ਸ਼ਕਤੀਸ਼ਾਲੀ ਇਲੈਕਟ੍ਰੋਨਿਕ ਸਪਰੈਡ ਸ਼ੀਟ ਪ੍ਰੋਗਰਾਮ ਹੈ। ਆਮ ਤੌਰ 'ਤੇ ਇਸ ਦੀ ਜਿਹੜੀ ਹੈਗੀ ਆ ਵਰਤੋਂ ਜਿਹੜੀ ਹੈਗੀ ਆ ਕਿਸ ਲਈ ਕੀਤੀ ਜਾਂਦੀ ਹੈ। ਤਾਂ ਇਸ ਦੀ ਵਰਤੋਂ ਜਿਹੜੀ ਹੈ ਦੋਸਤੋ ਤੁਹਾਨੂੰ ਮੈਂ ਦੱਸ ਦਿੰਦਾ। ਇਸ ਦੀ ਦੋਸਤੋ ਵਰਤੋਂ ਜਿਹੜੀ ਹੈਗੀ ਆ ਆਊਟਿੰਗ ਦੇ ਜਿਹੜੇ ਕੰਮ ਨੂੰ ਸਵੈਚਾਲਨ ਕਰਨ ਲਈ, ਡਾਟਾ ਨੂੰ ਵਿਵਸਥਿਤ ਕਰਨ ਅਤੇ ਕਈ ਤਰ੍ਹਾਂ ਦੇ ਹੈਗੇ ਜਿਹੜੇ ਗਣਿਤਕ ਕੰਮ ਕਰਨ ਲਈ ਕਰ ਸਕਦੇ ਹਾਂ। ਇਸ ਦੀ ਵਰਤੋਂ ਨਾਲ ਅਸੀਂ, ਠੀਕ ਹੈ, ਵਿਦਿਆਰਥੀਆਂ ਦੇ ਨਤੀਜੇ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ। ਚਾਰਟਸ ਦੀ ਮਦਦ ਨਾਲ ਡਾਟਾ ਨੂੰ ਤਸਵੀਰ ਦੇ ਰੂਪ ਵਿੱਚ ਪੇਸ਼ ਕਰ ਸਕਦੇ ਹਾਂ। ਅਗਲਾ ਕੀ ਹੈ ਕੁਐਸਚਨ ਤਾਂ ਦੇਖੋ ਫਾਰਮੈਟਿੰਗ ਡਿਟੇਲ ਵਿੱਚ ਦੱਸੋ। ਤਾਂ ਦੋਸਤੋ ਦੇਖੋ ਟੈਕਸਟ ਨੂੰ ਫਾਰਮੈਟ ਕਰਨ ਤੋਂ ਭਾਵ ਹੈ ਫੌਂਟ ਦੀ ਸ਼ੈਲੀ ਨੂੰ ਬਦਲਣਾ, ਜਿਵੇਂ ਕਿ ਫੌਂਟ ਦੇ ਸਾਈਜ਼ ਨੂੰ ਵਧਾਉਣਾ ਅਤੇ ਘਟਾਉਣਾ, ਟੈਕਸਟ ਜਾਂ ਰੰਗ ਬਦਲਣਾ, ਟੈਕਸਟ ਨੂੰ ਬੋਲਡ ਕਰਨਾ, ਜਿਹੜਾ ਹੈਗਾ ਇਟੈਲਿਕ ਕਰਨਾ, ਅੰਡਰਲਾਈਨ ਕਰਨਾ ਆਦਿ। ਫਾਰਮੈਟਿੰਗ ਨਾਲ ਅਸੀਂ ਟੈਕਸਟ ਜਾਂ ਫਿਰ ਤਸਵੀਰ ਆਦਿ ਦੀ ਦਿਖਾਵਟ ਨੂੰ ਬਦਲ ਸਕਦੇ ਹਾਂ। MS ਵਰਡ, ਐਕਸਲ, ਪਾਵਰਪੁਆਇੰਟ ਵਿੱਚ ਫਾਰਮੈਟਿੰਗ ਨਾਲ ਸੰਬੰਧਿਤ ਕਮਾਂਡਸ ਹੋਮ ਟੈਬ ਵਿੱਚ ਉਪਲਬਧ ਹੁੰਦੀਆਂ ਹਨ। ਅਤੇ ਅੱਗੇ ਦੋਸਤੋ ਦੇਖਦੇ ਹਾਂ ਕੀ ਹੈ ਕਿ ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਕਲਪਾਂ ਦੀ ਵਿਆਖਿਆ ਕਰੋ। ਪ੍ਰਿੰਟ ਵਿਊ ਇੱਕ ਅਜਿਹੀ ਵਿਸ਼ੇਸ਼ਤਾ ਹੈ ਜੋ ਸਕਰੀਨ 'ਤੇ ਇਹ ਪ੍ਰਦਰਸ਼ਿਤ ਕਰਦੀ ਹੈ ਕਿ ਹਾਰਡ ਕਾਪੀ ਪ੍ਰਿੰਟ ਹੋਣ ਉਪਰੰਤ ਇਸ ਤਰ੍ਹਾਂ ਦੀ ਦਿਖਾਈ ਦੇਵੇ ਕਿ ਜਦੋਂ ਅਸੀਂ ਫਾਈਲ ਮੀਨੂ ਵਿੱਚ ਜਿਹੜਾ ਹੈਗਾ ਪ੍ਰਿੰਟ ਆਪਸ਼ਨ 'ਤੇ ਕਲਿੱਕ ਜਿਹੜਾ ਹੈਗਾ ਵਾ ਦੋਸਤੋ ਕਰਦੇ ਹਾਂ ਤਾਂ ਇਹ ਆਪਣੇ ਆਪ ਹੀ ਜਿਹੜਾ ਹੈਗਾ ਸਾਡੇ ਡਾਕੂਮੈਂਟ ਦਾ ਪ੍ਰੀਵਿਊ ਸਕਰੀਨ 'ਤੇ ਦਿਖਾਉਣ ਦਾ ਹੈ, ਠੀਕ ਹੈ ਜੀ, ਅਤੇ ਦਿਖਾਉਂਦਾ ਦੇਵੇਗੀ। ਅਤੇ ਉਸ ਤੋਂ ਬਾਅਦ ਕੀ ਹੈ ਕਿ ਅਸੀਂ ਪ੍ਰਿੰਟ ਪ੍ਰੀਵਿਊ ਆਪਸ਼ਨ ਦੀ ਮਦਦ ਨਾਲ ਆਪਣੇ ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਹੀ
ਚੈੱਕ ਕਰ ਸਕਦੇ ਹਾਂ ਕਿ ਉਹ ਪ੍ਰਿੰਟ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਿਖਾਈ ਦੇਵੇਗੀ। ਜਦੋਂ ਕਿ ਪ੍ਰਿੰਟ ਕਮਾਂਡ ਦੀ ਵਰਤੋਂ ਨਾਲ ਅਸੀਂ ਆਪਣੇ ਡਾਕੂਮੈਂਟ ਨੂੰ ਪ੍ਰਿੰਟਰ ਦੀ ਮਦਦ ਨਾਲ ਹਾਰਡ ਕਾਪੀ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਪ੍ਰਸ਼ਨ ਕੀ ਹੈ ਆਪਣਾ, ਦੇਖੋ ਕਿ ਜਿਹੜਾ MS ਐਕਸਲ ਵਿੱਚ ਫਾਰਮੂਲੇ ਕੀ ਹਨ। ਤਾਂ ਦੋਸਤੋ ਦੇਖੋ ਮਾਈਕਰੋਸਾਫਟ ਐਕਸਲ ਵਿੱਚ ਫਾਰਮੂਲੇ ਸੂਚਨਾ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਗਣਨਾਵਾਂ ਕਰਨ ਲਈ ਵਰਤੇ ਜਾਂਦੇ ਹਨ। ਸਕੂਲ ਦੇ ਜਿਹੜੇ ਨਤੀਜਿਆਂ ਅਤੇ ਵਿਦਿਆਰਥੀਆਂ ਫੀਸਾਂ ਆਦਿ ਨਾਲ ਸੰਬੰਧਿਤ ਡਾਟਾ ਜਿਹੜਾ ਹੈਗਾ ਉੱਪਰ ਜਿਹੜਾ ਹੈਗਾ ਗਣਨਾਵਾਂ ਕਰਨ ਲਈ ਵੱਖ-ਵੱਖ ਫਾਰਮੂਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਐਕਸਲ ਵਿੱਚ ਫਾਰਮੂਲਾ ਹਮੇਸ਼ਾ ਬਰਾਬਰ ਚਿੰਨ੍ਹ ਨਾਲ ਸ਼ੁਰੂ ਹੁੰਦਾ ਹੈ। ਫਾਰਮੂਲਾ ਦੀ ਵਰਤੋਂ ਆਮ ਤੌਰ 'ਤੇ ਸੈੱਲਾਂ, ਰੈਫਰੈਂਸਾਂ ਅਤੇ ਆਪਰੇਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਫਾਰਮੂਲਾ ਦੀਆਂ ਕੁਝ ਉਦਾਹਰਨਾਂ ਹੇਠ ਲਿਖੇ ਅਨੁਸਾਰ ਹਨ। ਤੇ ਇਹਦੇ ਵਿੱਚ ਕਿਵੇਂ ਕਿ ਦੇਖ ਸਕਦੇ ਹੋ ਕਿ D15 + D18 + D21 B16 + C16 ਠੀਕ ਹੈ ਜੀ ਤੇ ਸਟਾਰ 1.07। ਅਗਲਾ ਪ੍ਰਸ਼ਨ, ਤੁਸੀਂ ਐਕਸਲ ਵਿਚਲੀ ਫਾਰਮੂਲਾ ਬਾਰੇ ਕੀ ਜਾਣਦੇ ਹੋ। ਤਾਂ ਦੇਖੋ ਫਾਰਮੂਲਾ ਬਾਰ MS ਐਕਸਲ ਦੇ ਸਭ ਤੋਂ ਮਹੱਤਵਪੂਰਨ ਭਾਗਾਂ ਵਿੱਚੋਂ ਇੱਕ ਹੈ। ਫਾਰਮੂਲਾ ਬਾਰ ਐਕਸਲ ਵਿੰਡੋ ਦੇ ਉੱਪਰ ਵਾਲੇ ਹਿੱਸੇ ਵਿੱਚ ਜਿਹੜਾ ਹੈਗਾ ਰਿਬਨ ਖੇਤਰ 'ਤੇ ਬਿਲਕੁਲ ਹੇਠਾਂ ਮੌਜੂਦ ਹੁੰਦਾ ਹੈ। ਫਾਰਮੂਲਾ ਬਾਰੇ ਦੇ ਦੋ ਹਿੱਸੇ ਖੱਬਾ ਅਤੇ ਸੱਜਾ। ਇਸ ਬਾਰੇ ਖੱਬੇ ਹਿੱਸੇ ਵਿੱਚ ਮੌਜੂਦ ਸੈੱਲ ਦਾ ਜਿਹੜਾ ਹੈਗਾ ਐਡਰੈਸ ਨਜ਼ਰ ਆਉਂਦਾ ਹੈ, ਜਦੋਂ ਕਿ ਸੱਜੇ ਹਿੱਸੇ ਵਿੱਚ ਸੈੱਲ ਵਿੱਚ ਲਿਖਿਆ ਡਾਟਾ ਫਾਰਮੂਲੇਟ ਨਜ਼ਰ ਆਉਂਦਾ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੀ ਹੈ ਆਪਣਾ, ਹਾਂਜੀ ਤਾਂ ਮਾਰਜਨ ਕੀ ਹੈ। ਇਹ ਵੈਰੀ ਇੰਪੋਰਟੈਂਟ ਕੁਐਸਚਨ। ਮਾਰਜਨ ਨੂੰ ਹਾਸ਼ੀਆ ਵੀ ਕਿਹਾ ਜਾਂਦਾ ਹੈ। ਇਹ ਪੇਜ ਦੀ ਜਿਹੜੀ ਸਮੱਗਰੀ ਅਤੇ ਪੇਜ ਦੇ ਕਿਨਾਰਿਆਂ ਦੇ ਵਿਚਕਾਰ ਦੀ ਜਿਹੜੀ ਹੈਗੀ ਖਾਲੀ ਜਗ੍ਹਾ ਹੁੰਦੀ ਹੈ। ਤੇ ਉਸ ਤੋਂ ਬਾਅਦ ਕੀ ਹੁੰਦੀ ਹੈ ਦੋਸਤੋ, ਇਸ ਤੋਂ ਬਾਅਦ ਅਸੀਂ ਇੱਕ ਪੇਜ ਦੀਆਂ ਚਾਰੇ ਦਿਸ਼ਾਵਾਂ ਟੌਪ, ਬਾਟਮ, ਲੈਫਟ, ਰਾਈਟ ਵਿੱਚ ਮਾਰਜਨ ਸੈੱਟ ਕਰ ਸਕਦੇ ਹਾਂ। MS ਵਰਡ ਵਿੱਚ ਇੱਕ ਨਵਾਂ ਡਾਕੂਮੈਂਟ ਦੇ ਮਾਰਜਨ ਹਾਸ਼ੀਏ ਨਾਰਮਲ ਮੁੱਲ 'ਤੇ ਸੈੱਟ ਜਿਹੜੇ ਹੈਗੇ ਆ ਕੀਤੇ ਜਾਂਦੇ ਹਨ, ਜਿਸ ਦਾ ਅਰਥ ਹੈ ਕਿ ਡਾਕੂਮੈਂਟ ਦੇ ਚਾਰੇ ਪਾਸੇ 1-1 ਇੰਚ ਦੀ ਖਾਲੀ ਜਗ੍ਹਾ ਮਾਰਜਨ ਵਜੋਂ ਸੈੱਟ ਕੀਤੀ ਗਈ ਹੈ। ਅਸੀਂ ਆਪਣੀ ਜ਼ਰੂਰਤ ਅਨੁਸਾਰ ਡਾਕੂਮੈਂਟ ਦਾ ਮਾਰਜਨ ਹਾਸ਼ੀਏ ਆਕਾਰ ਨੂੰ ਬਦਲ ਸਕਦੇ ਹਾਂ। ਤੇ ਦੋਸਤੋ ਅੱਗੇ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ। 10-15 ਲਾਈਨਾਂ ਦੇ ਵਿੱਚ ਉੱਤਰ ਲਿਖੋ। ਤਾਂ ਦੋਸਤੋ ਇਹ ਜਿਹੜਾ ਪਹਿਲੇ ਚੈਪਟਰ ਦੇ ਵਿੱਚੋਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤੁਹਾਨੂੰ ਨਹੀਂ ਆਉਣਗੇ, ਕਿਉਂਕਿ ਆਹ ਦੇਖ ਸਕਦੇ ਹੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਟਰਕਚਰ ਆਫ ਕੁਐਸਚਨ ਪੇਪਰ ਜਾਰੀ ਕੀਤਾ ਸੀਗਾ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵਾ ਕਿ ਜਿਹੜੇ 6 ਅੰਕਾਂ ਵਾਲੇ ਵੱਡੇ ਪ੍ਰਸ਼ਨ ਉੱਤਰ ਹਨ, ਠੀਕ ਹੈ ਜੀ, ਉਹ ਤਾਂ ਤੀਸਰੇ ਚੈਪਟਰ ਦੇ ਵਿੱਚੋਂ ਆਉਣਗੇ ਤੇ ਇੱਕ ਤੁਹਾਡੇ 5ਵੇਂ ਚੈਪਟਰ ਦੇ ਵਿੱਚੋਂ ਆਉਣਗੇ। ਤਾਂ ਕੋਈ ਮਤਲਬ ਹੀ ਨਹੀਂ ਹੁੰਦਾ ਕਿ ਆਪਾਂ ਪਹਿਲੇ ਚੈਪਟਰ ਦੇ ਵਿੱਚੋਂ ਜਿਹੜੇ ਹੈਗੇ ਆ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਨੂੰ ਯਾਦ ਕਰੀਏ। ਠੀਕ ਹੈ ਜੀ। ਤਾਂ ਦੇਖ ਸਕਦੇ ਹੋ ਕਿ ਜਿਹੜਾ ਤੁਹਾਡਾ ਇਹ ਪਹਿਲਾ ਚੈਪਟਰ ਹੈ, ਠੀਕ ਹੈ ਜੀ, ਤੇ ਇਹਦੇ ਵਿੱਚੋਂ ਵੱਡੇ ਜਿਹੜੇ ਹੈਗੇ ਪ੍ਰਸ਼ਨਾਂ ਵਾਲੇ ਉੱਤਰ ਤਾਂ ਆਉਣਗੇ ਨਹੀਂ, ਇਸ ਲਈ ਆਪਾਂ ਇਸ ਨੂੰ ਛੱਡ ਦਿੰਦੇ ਹਾਂ। ਠੀਕ ਹੈ ਜੀ। ਇਹ ਨਹੀਂ ਕਰਾਂਗੇ। ਤੁਸੀਂ ਚਾਹੇ ਆਪਣੀ ਗਾਈਡ ਤੋਂ ਵੀ ਨਾ ਕਰਿਓ, ਕਿਉਂਕਿ ਉਹਨਾਂ ਨੇ ਸਿੱਧਾ ਕਿਹਾ ਹੈ ਕਿ ਤੀਸਰੇ ਚੈਪਟਰ ਦੇ ਵਿੱਚੋਂ ਆਉਣੇ ਹਨ ਤੇ 5ਵੇਂ ਚੈਪਟਰ ਦੇ ਵਿੱਚੋਂ ਆਉਣੇ ਹਨ। ਤਾਂ ਆਪਾਂ ਇਹ ਰਹਿਣ ਦਾਂਗੇ, ਇਹ ਰਹਿਣ ਦਿਓ। ਠੀਕ ਹੈ ਜੀ। ਤੇ ਹੁਣ ਅੱਗੇ ਦੋਸਤੋ ਤੁਹਾਡਾ ਦੂਸਰਾ ਚੈਪਟਰ ਆਪਾਂ ਸ਼ੁਰੂ ਕਰਾਂਗੇ ਸਿੱਧਾ, ਕਿਉਂਕਿ ਇੱਥੇ ਵੱਡੇ ਉੱਤਰਾਂ ਵਾਲੇ ਹਨ, ਇਹ ਆਪਾਂ ਨਹੀਂ ਕਰਾਂਗੇ। ਠੀਕ ਹੈ ਜੀ। ਤਾਂ ਅੱਗੇ ਦੇਖੋ ਦੋਸਤੋ ਹੁਣ 12ਵੀਂ ਜਮਾਤ ਦਾ ਹੀ ਹੈ। ਠੀਕ ਹੈ ਜੀ। ਦੂਸਰਾ ਚੈਪਟਰ C ਵਿੱਚ ਕੰਟਰੋਲ ਜਿਹੜਾ ਹੈਗਾ ਸਟੇਟਮੈਂਟਸ। ਤਾਂ MCQ ਦੇਖਾਂਗੇ। ਤਾਂ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ। ਤਾਂ ਦੋਸਤੋ ਉਸ ਨੂੰ ਹੈਗਾ ਇਫ ਨੂੰ, ਠੀਕ ਹੈ ਜੀ, ਕਿਹਾ ਜਾਂਦਾ ਹੈ। ਇਸ ਵਿੱਚ ਕੇਸ ਜਿਹੜਾ ਹੈਗਾ ਇਫ ਸਟੇਟਮੈਂਟ ਦੀ ਤਰ੍ਹਾਂ ਹੁੰਦੀ ਹੈ। ਅੱਗੇ ਕੀ ਹੈ ਕਿ ਜਿਹੜਾ ਹੈਗਾ ਸਵਿਚ ਸਟੇਟਮੈਂਟ ਵਿੱਚ ਕੇਸ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ। ਤਾਂ ਦੋਸਤੋ ਬ੍ਰੇਕ। ਤੇ ਹੇਠ ਲਿਖਿਆਂ ਵਿੱਚੋਂ ਕਿਹੜੀ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ। ਤਾਂ ਦੋਸਤੋ ਡੂ ਵਾਈਲ। ਠੀਕ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਜਿਹੜੀ ਹੈਗੀ ਹੈ ਜੰਪਿੰਗ ਸਟੇਟਮੈਂਟ ਨਹੀਂ ਹੈ। ਤਾਂ ਦੋਸਤੋ ਉਹ ਹੈ ਆਪਣਾ ਵਾਈਲ। ਅਗਲਾ ਪ੍ਰਸ਼ਨ ਦੇਖੋ ਦੋਸਤੋ, ਖਾਲੀ ਥਾਵਾਂ ਹਨ। ਤਾਂ ਦੇਖੋ ਕੀ ਹੈ ਕਿ ਡੈਸ਼ ਲੂਪ ਵਿੱਚ, ਯਾਨੀ ਕਿ ਪ੍ਰੀ ਟੈਸਟ ਲੂਪ ਵਿੱਚ ਜਿਹੜਾ ਹੈਗਾ ਕੰਟਰੋਲ ਕੰਡੀਸ਼ਨਲ ਨੂੰ ਲੂਪ ਦੀ ਵਾਢੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ। ਅੱਗੇ ਹੈ ਦੋਸਤੋ ਪੋਸਟ ਟੈਸਟ ਲੂਪ ਵਿੱਚ ਕੰਟਰੋਲ ਕੰਡੀਸ਼ਨਲ ਨੂੰ ਲੂਪ ਦੀ ਵਾਢੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ। ਅੱਗੇ ਕੀ ਹੈ ਕਿ ਲੂਪ ਵਿੱਚ ਕੁਝ ਸਟੇਟਮੈਂਟ ਨੂੰ ਛੱਡਣ ਲਈ, ਠੀਕ ਹੈ ਜੀ, ਕੰਟੀਨਿਊ ਸਟੇਟਮੈਂਟ ਦੀ ਵਰਤੋਂ ਜਾਂਦੀ ਹੈ। ਠੀਕ ਹੈ। ਅੱਗੇ ਹੈ ਆਪਣਾ ਦੇਖੋ ਚੌਥਾ, ਤਾਂ ਸਵਿਚ ਕੇਸ ਇੱਕ ਜਿਹੜਾ ਹੈਗਾ ਮਲਟੀਵੇ ਕੰਟਰੋਲ ਸਟੇਟਮੈਂਟ ਹੈ। ਅੱਗੇ ਕੀ ਹੈ ਆਪਣਾ ਕੁਐਸਚਨ ਕਿ ਬ੍ਰੇਕ ਸਟੇਟਮੈਂਟ ਨੂੰ, ਠੀਕ ਹੈ ਜੀ, ਸਵਿਚ ਸਟੇਟਮੈਂਟ ਵਿੱਚ ਕੇਸ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਅਗਲਾ ਕੀ ਹੈ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਦੇਖੋ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇਖਾਂਗੇ ਦੋਸਤੋ। ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾ ਪ੍ਰਸ਼ਨ ਦੇਖੋ ਕਿ ਇੱਕ ਇਫ ਸਟੇਟਮੈਂਟ ਦਾ ਦੂਸਰੀ ਇਫ ਸਟੇਟਮੈਂਟ ਵਿੱਚ ਲਿਖਣਾ ਕੀ ਅਖਵਾਉਂਦਾ ਹੈ। ਤਾਂ ਦੋਸਤੋ ਉਸ ਨੂੰ ਨੈਸਟਡ ਇਫ ਸਟੇਟਮੈਂਟ ਕਹਿੰਦੇ ਹਨ। C ਭਾਸ਼ਾ ਵਿੱਚ ਪ੍ਰੋਗਰਾਮ ਦੇ ਸਧਾਰਨ ਵਹਾਅ ਨੂੰ ਬਦਲਣ ਲਈ ਕਿਹੜੇ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਦੋਸਤੋ ਕੰਟਰੋਲ ਸਟੇਟਮੈਂਟਸ ਦੀ। ਤੇ ਲੂਪ ਦੇ ਅੰਦਰ ਕੁਝ ਸਟੇਟਮੈਂਟ ਛੱਡਣ ਲਈ ਕਿਹੜੇ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੇ ਹਨ। ਤਾਂ ਦੋਸਤੋ ਉਹ ਜੰਪਿੰਗ ਸਟੇਟਮੈਂਟ, ਕੰਟੀਨਿਊ ਫਾਇਦੇਮੰਦ ਹੁੰਦੇ ਹਨ। ਕਿਹੜੇ ਸਟੇਟਮੈਂਟਸ ਕਮਾਂਡਾਂ ਨੂੰ ਦੁਹਰਾਉਣ ਦਾ ਤਰੀਕਾ ਪ੍ਰਦਾਨ ਕਰਦੀਆਂ ਹਨ। ਤਾਂ ਦੋਸਤੋ ਉਹ ਲੂਪਿੰਗ ਸਟੇਟਮੈਂਟ। ਤੇ ਹੁਣ ਦੇਖੋ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਿ ਬ੍ਰਾਂਚਿੰਗ ਨੂੰ ਪਰਿਭਾਸ਼ਿਤ ਕਰੋ, ਇਸ ਦੀਆਂ ਵੱਖ-ਵੱਖ ਕੰਟਰੋਲ ਸਟੇਟਮੈਂਟਾਂ ਦੇ ਨਾਮ ਲਿਖੋ। ਤਾਂ ਦੇਖੋ ਜਿਹੜਾ ਹੈਗਾ ਸਟੇਟਮੈਂਟ ਜਿਨ੍ਹਾਂ ਦੀ ਵਰਤੋਂ ਜਿਹੜੀ ਹੈਗੀ ਆ ਫੈਸਲਾ ਲੈਣ ਦੇ ਕੰਮਾਂ ਲਈ, ਠੀਕ ਹੈ ਜੀ, ਮਲਟੀ ਵੇ ਸਿਲੈਕਸ਼ਨ ਜਿਹੜਾ ਹੈਗਾ ਦੋਸਤੋ ਉਹ ਕੀਤਾ ਜਿਹੜਾ ਵੇ ਸਿਲੈਕਸ਼ਨ ਕਰਨ ਲਈ
ਕੀਤਾ ਜਾਂਦਾ ਹੈ ਤੇ ਇਹਨਾਂ ਸਟੇਟਮੈਂਟ ਨੂੰ ਬ੍ਰਾਂਚਿੰਗ ਸਟੇਟਮੈਂਟਸ ਕਿਹਾ ਜਾਂਦਾ ਹੈ। ਇਹ ਸਟੇਟਮੈਂਟ ਪ੍ਰੋਗਰਾਮ ਦੇ ਚੱਲਣ ਦੌਰਾਨ ਠੀਕ ਹੈ ਜੀ ਜਿਹੜਾ ਹੈਗਾ ਵਾ ਚੱਲਣ ਦੇ ਦੌਰਾਨ ਦੋਸਤੋ ਜਿਹੜਾ ਹੈਗਾ ਬ੍ਰਾਂਚ ਦੀ ਦੂਜੀ ਫਿਰ ਦੋਸਤੋ ਉਸ ਤੋਂ ਬਾਅਦ ਜਿਹੜਾ ਹੈਗਾ ਚੋਣ ਕਰਦਿਆਂ ਹੀ ਬ੍ਰਾਂਚ ਕੰਟਰੋਲਿੰਗ ਸਟੇਟਮੈਂਟਸ ਹੇਠ ਲਿਖੇ ਦੋ ਕਿਸਮਾਂ ਦੀਆਂ ਹੁੰਦੀਆਂ ਹਨ, ਜਿਵੇਂ ਕਿ ਇੱਕ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਤੇ ਦੂਸਰਾ ਹੈਗਾ ਮਲਟੀ ਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ। ठीक है, तो अगला प्रश्न की है कि लूपिंग की है, तो इन्हां दे तीन वक् किस्मां दियां जिहड़ियां है लूपिंग स्टेटमेंट के नाम दसो। तो देख सकते हो कि वह कंट्रोल स्टेटमेंट जिन्हां दी वरतों ठीक है जी प्रोग्राम विच हदायतां दे समूह नूं दोहराउण लई कीती जांदी है, उन्हां नूं लूपिंग स्टेटमेंट्स कहा जाता है। लूपिंग स्टेटमेंट नूं ठीक है जी अपना आइटरेटिव जिहड़ा हैगा वा स्टेटमेंट भी कहा जाता है। सी भाषा विच हेठ लिखियां लूपिंग दियां जिहड़ियां तीन किस्मां हैं, जिवें कि फूर लूप, वाइल लूप ते डू वाइल लूप। अगे की है नेस्टेड इफ स्टेटमेंट की है, इसकी बनतर यानी कि सिंटैक्स लिखो। तो देखो की है कि जदों एक इफ स्टेटमेंट की वरतों एक होर इफ स्टेटमेंट विच कीती जाती है तो नेस्टेड इफ स्टेटमेंट कहा जाता है। तो नेस्टेड इफ स्टेटमेंट की बनतर हेठ लिखे दी हुई है, जिवें कि आह दी हुई है, ये देख लो ठीक है जी। तो उस तो बाद दोस्तों की है कि इफ एल्स स्टेटमेंट जिहड़ी हैगी है की है इफ एल्स स्टेटमेंट का एक प्रोग्राम लिखो। तो इफ एल्स स्टेटमेंट एक ब्रांचिंग कंडीशनल कंट्रोल स्टेटमेंट है, जिसकी वरतों प्रोग्राम विच फैसला लैण लई काम कीती जाती है। हेठ दिते सी भाषा दे जब जिहड़ा प्रोग्राम है इफ एल्स स्टेटमेंट की वरतों नूं दर्शा रहा है ठीक है जी। तो उस तो बाद है अपना कि वाइल स्टेटमेंट की है। तो देखो वाइल स्टेटमेंट इसकी जिहड़ी हैगी बनतर तो जिहड़ा है सिंटैक्स लिखो। तो देखो वाइल स्टेटमेंट एक लूपिंग स्टेटमेंट है, जिसकी वरतों हदायतां दे समूह नूं दोहराउण लई कीता जाता है। यह एक प्री टेस्ट लूप जिहड़ा है जिस विच कंडीशन नूं लूप की वाढी तो पहला ही टेस्ट किया जाता है। सी भाषा विच वाइल स्टेटमेंट की बनतर हेठ लिखे अनुसार हुंदी है ये वाली ठीक है जी। तो वड्डे उत्तरां वाले प्रश्न दोस्तों यह चैप्टर दे विचों नहीं आने हैं, तो इसनूं आपां छड्ड रहे हैं, क्योंकि जिहड़ा तीसरा चैप्टर है दोस्तों उहदे विच तुहानूं वड्डे उत्तरां वाले आएंगे। तो चलो आपां हुण तीसरा चैप्टर करते हैं आह वाला ठीक है जी, जिहड़ा हैगा दोस्तों कंप्यूटर नैटवर्क, इहदे विचों वड्डे उत्तरां वाले भी आएंगे। तो देखो पहला प्रश्न की है इहदे विच कि एक जिहड़ा हैगा नैटवर्क कंप्यूटरां दा समूह है जो इकट्ठे जुड़े हुए हैं। उस तो बाद अगला प्रश्न की है कि डैश यानी कि दोस्तों जिहड़ा हब असल विच मल्टी पोर्ट रिपीटर है ठीक है जी। तो उस तो बाद है अपना तीसरा प्रश्न कि जिहड़ा डैश एक दो पोर्ट उपकरण हैं यानी कि ब्रिज ठीक है जी। तो उस तो बाद दोस्तों कि वाईफाई का अर्थ की हुंदा है, तो दोस्तों वायरलैस फाइडेलिटी ठीक है जी। तो उस तो बाद है अपना कि डैश एक ब्रिज अते राउटर का सुमेल है, यानी कि जिहड़ा हैगा अपना बराउटर जो कि दोस्तों एक ब्रिज अते राउटर का सुमेल है। तो देखो हुण पूरे नाम लिखो। यूटीपी की फुल फॉर्म की है, तो दोस्तों यदि है अनशील्डड ट्विस्टेड अपना पेयर। एफटीपी दी दोस्तों फाइल ट्रांसफर प्रोटोकॉल। एसएमटीपी दी की है सिंपल मेल ट्रांसफर प्रोटोकॉल। तो पीओपी दी की है दोस्तों पोस्ट ऑफिस प्रोटोकॉल। तो एचटीटीपी दी की है हाइपर टैक्स्ट ट्रांसफर प्रोटोकॉल। एमएसी दी की है दोस्तों मीडिया एक्सेस प्रोटोकॉल। तो छोटे उत्तरां वाले प्रश्न देखो दोस्तों नैटवर्क की हुंदा है, तो देखो नैटवर्क जिहड़ी हैगी आ सूचना टैक्नोलॉजी विच संचार का आधार है। कंप्यूटर नैटवर्क दे ਜਾਂ फिर दो तो ज़्यादा कंप्यूटर का एक समूह हुंदा है, एक दूजे नाल किसी संचार माध्यम की वरतों करके आपस में जुड़े हुंदे हैं। ये संचार माध्यम जिहड़ा हैगा गाइड या फिर जिहड़ा अनगाइड कोई भी हो सकता है। कंप्यूटर नैटवर्क की वरतों जानकारी नूं साझा करन संचार करन आदि दे काम लई कीती जाती है। अगला प्रश्न की है कि वक्-वक् किस्मां दीयां OSI लेयरां बारे लिखो। तो दोस्तों OSI का पूरा नाम ओपन सिस्टम ठीक है जी इंटरकनैक्शन है। नैटवर्क उपर एक कंप्यूटर तो दूजे कंप्यूटर तक संचार करने लई ISO वालों इस मॉडल नूं 7 लेयरां विच तैयार किया गया। हरेक लेयर का अपना एक वखरा काम हुंदा है। यह 7 लेयरां दी हेठ जिहड़ा हैगा अनुसार है। तो देख सकते हो कि की है इहदे विच एप्लीकेशन लेयर ते प्रेजेंटेशन लेयर, सैशन लेयर, ट्रांसपोर्ट लेयर, नैटवर्क लेयर, डाटा लिंक लेयर ते अपना फिजिकल लेयर। तो देखो हुण अगला प्रश्न की है कि ब्रिज की है। तो दोस्तों ब्रिज एक नैटवर्क जिहड़ा हैगा उपकरण है। इस उपकरण की वरतों दो ठीक है जी वखरे जिहड़ा हैगा इथेन लेन जिहड़ा हैगा दोस्तों इथेन हाँ जी इथरनैट नैटवर्कां नूं आपस विच जोड़न लई कीता जाता है। डाटा जिहड़ा हैगा पैकेट्स नूं नैटवर्क विच अगे भेजण लई एक जिहड़ा हैगा मैक जिहड़ी एड्रैस की वरतों करता है। यह एक नैटवर्क तो किसी दूजे नैटवर्क ते सिर्फ उन्हां दे पैकेट्स नूं अगे भेजदा है, दूजे नैटवर्क नाल संबंधित हुंदे हन। इस उपकरण विच जिहड़ा हैगा सिर्फ एक इनपुट पोर्ट अते एक ही आउटपुट पोर्ट हुंदी है। इसलिए इसका जिहड़ा हैगा उपकरण नूं 2 पोर्ट विच उपकरण भी कहा जाता है। सानू नैटवर्क की जिहड़ी हैगी आ क्यों लोड़ है,
ਤਾਂ ਦੇਖ ਸਕਦੇ ਹੋ ਕਿ ਹੇਠ ਲਿਖੇ ਕੁਝ ਮਹੱਤਵਪੂਰਨ ਮੰਤਵ ਦੇ ਲਈ ਜਿਹੜਾ ਜਿਸ ਕਾਰਨ ਸਾਨੂੰ ਨੈਟਵਰਕ ਦੀ ਲੋੜ ਪੈਂਦੀ ਹੈ। ਸੂਚਨਾ ਦਾ ਜਿਹੜਾ ਸੰਚਾਰ ਕਰਨ ਲਈ ਈਮੇਲ, ਵੀਡੀਓ ਤੇ ਆਪਣਾ ਇੰਸਟੈਂਟ ਜਿਹੜਾ ਹੈਗਾ ਮੈਸੇਜਿੰਗ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਹਾਰਡਵੇਅਰ ਉਪਕਰਨਾਂ ਨੂੰ ਸਾਂਝਾ ਕਰਨ ਲਈ ਜਿਵੇਂ ਕਿ ਪ੍ਰਿੰਟਰ, ਮਾਡਮ ਆਦਿ ਤੇ ਫਾਈਲਾਂ ਨੂੰ ਸਾਂਝਾ ਕਰਨ ਦੇ ਲਈ ਦੋਸਤੋ ਜਿਹੜਾ ਹੈਗਾ ਵਾ ਆਪਾਂ ਨੂੰ ਨੈਟਵਰਕ ਦੀ ਲੋੜ ਪੈਂਦੀ ਹੈ। ਤੇ ਅੱਗੇ ਕੀ ਹੈ, ਆਪਣਾ ਰਿਪੋਰਟ ਸਿਸਟਮ ਉੱਪਰ ਜਿਹੜਾ ਹੈਗਾ ਉਪਲਬਧ ਸੌਫਟਵੇਅਰ ਅਤੇ ਆਪਰੇਟਿੰਗ ਸਿਸਟਮ ਨੂੰ ਸਾਂਝਾ ਕਰਨ ਲਈ ਨੈਟਵਰਕ ਯੂਜ਼ਰ ਆਸਾਨੀ ਨਾਲ ਸੂਚਨਾ ਨੂੰ ਐਕਸੈਸ ਕਰਨ ਅਤੇ ਉਸ ਦਾ ਪ੍ਰਬੰਧ ਕਰ ਸਕਣ। ਅੱਗੇ ਕੀ ਹੈ, ਗਾਈਡ ਮੀਡੀਆ ਕੀ ਹੈ? ਤਾਂ ਦੋਸਤੋ ਗਾਈਡ ਮੀਡੀਆ ਇੱਕ ਟਰਾਂਸਮਿਸ਼ਨ ਜਿਹੜਾ ਮੀਡੀਆ ਹੈ, ਇਹ ਇੱਕ ਅਜਿਹਾ ਮੀਡੀਆ ਹੈ ਜਿਸ ਵਿੱਚ ਆਪਣਾ ਦੋਸਤੋ ਕੇਬਲਾਂ ਦੀ ਵਰਤੋਂ ਕਰਦੇ ਹੋਏ ਡਾਟਾ ਟਰਾਂਸਫਰ ਕੀਤਾ ਜਾਂਦਾ ਹੈ। ਇਸ ਮੀਡੀਆ ਦੀ ਵਰਤੋਂ ਕਰਦੇ ਹੋਏ ਡਾਟਾ ਦਾ ਜਿਹੜਾ ਟਰਾਂਸਫਰ ਇੱਕ ਨਿਸ਼ਚਿਤ ਮਾਰਗ ਦੁਆਰਾ ਹੁੰਦਾ ਹੈ। ਆਮ ਵਰਤੇ ਜਾਣ ਵਾਲੇ ਗਾਈਡ ਮੀਡੀਆ ਦੀਆਂ ਕਈ ਉਦਾਹਰਨਾਂ ਹਨ, ਜਿਵੇਂ ਕਿ ਟਵਿਸਟਡ ਪੇਅਰ ਕੇਬਲ, ਐਕਸੀਅਲ ਕੇਬਲ, ਆਪਟੀਕਲ ਫਾਈਬਰ ਕੇਬਲ। ਤਾਂ ਆਹ ਦੇਖ ਸਕਦੇ ਹੋ ਕਿ ਇਹਨਾਂ ਦੇ ਵਿੱਚ ਇਹਨਾਂ ਦੀ ਐਗਜ਼ਾਮਪਲ ਵੀ ਦਿੱਤੀ ਹੋਈ ਆ ਕਿ ਟਵਿਸਟਰ ਵਾਲਾ ਐਵੇਂ ਹੁੰਦਾ ਵਾ ਤੇ ਦੋਸਤੋ ਆਪਣਾ ਕੌਸਿਕਲ ਵਾਲਾ ਜਿਹੜਾ ਹੈਗਾ ਵਾ ਇਸ ਤਰ੍ਹਾਂ ਦਾ ਹੁੰਦਾ, ਫਾਈਬਰ ਆਪਟੀਕਲ ਇਸ ਤਰ੍ਹਾਂ ਦਾ ਹੁੰਦਾ ਵਾ। ਤੇ ਦੋਸਤੋ ਅਨਗਾਈਡਡ ਜਿਹੜਾ ਹੈਗਾ ਮੀਡੀਆ ਕੀ ਹੈ? ਤਾਂ ਦੋਸਤੋ ਦੇਖ ਸਕਦੇ ਹੋ ਕਿ ਅਨਗਾਈਡਡ ਮੀਡੀਆ ਇੱਕ ਟਰਾਂਸਮਿਸ਼ਨ ਮੀਡੀਆ ਹੈ, ਇੱਕ ਅਜਿਹਾ ਮੀਡੀਆ ਹੈ ਜਿਸ ਵਿੱਚ ਕੇਬਲਾਂ ਦੀ ਵਰਤੋਂ ਕੀਤੇ ਬਿਨਾਂ ਹਵਾ ਰਾਹੀਂ ਡਾਟਾ ਟਰਾਂਸਫਰ ਕੀਤਾ ਜਾਂਦਾ ਹੈ। ਠੀਕ ਹੈ ਜੀ। ਤੇ ਇਸ ਵਿੱਚ ਦੋਸਤੋ ਹੁਣ ਜਿਹੜੀ ਕਿਸਮ ਹੈ ਦੋਸਤੋ ਸੰਚਾਰ ਨੂੰ ਅਕਸਰ ਦੋਸਤੋ ਵਾਇਰਲੈਸ ਸੰਚਾਰ ਵਜੋਂ ਵੀ ਜਿਹੜਾ ਜਾਣਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਦੋਸਤੋ ਇਸ ਵਿੱਚ ਡਾਟਾ ਟਰਾਂਸਫਰ ਇੱਕ ਨਿਸ਼ਚਿਤ ਮਾਰਗ ਦੀ ਬਜਾਏ ਹਰ ਦਿਸ਼ਾ ਵਿੱਚ ਹੋ ਸਕਦਾ ਹੈ। ਆਮ ਵਰਤੇ ਜਾਣ ਵਾਲੇ ਜਿਹੜੇ ਹੈਗੇ ਆ ਅਨਗਾਈਡਡ ਮੀਡੀਆ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ। ਤਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਨਫਰਾਰੈਡ, ਬਲੂਟੂਥ, ਵਾਈਫਾਈ, ਰੇਡੀਓ ਵੇਵਸ, ਮਾਈਕ੍ਰੋਵੇਵਸ ਤੇ ਉਸ ਤੋਂ ਬਾਅਦ ਦੋਸਤੋ ਸੈਟਾਲਾਈਟਸ। ਤੇ ਅੱਗੇ ਕੀ ਹੈ, ਪ੍ਰੋਟੋਕੋਲ ਨੂੰ ਪ੍ਰਭਾਵਿਤ ਕਰੋ। ਤਾਂ ਦੇਖੋ ਪ੍ਰੋਟੋਕੋਲ ਨੂੰ ਦੋਸਤੋ ਡਿਫਾਈਨ ਕਰੋ। ਤਾਂ ਦੇਖੋ ਕੀ ਹੈ, ਨੈਟਵਰਕ ਜਿਹੜਾ ਹੈਗਾ ਪ੍ਰੋਟੋਕੋਲ ਨਿਯਮਾਂ ਦਾ ਇੱਕ ਸਮੂਹ ਹੁੰਦੇ ਹਨ। ਇਹ ਨਿਯਮਾਂ ਨੂੰ ਇੱਕ ਆਸਾਨ, ਭਰੋਸੇਮੰਦ ਅਤੇ ਸੁਰੱਖਿਅਤ ਤਰੀਕੇ ਨਾਲ ਸੂਚਨਾ ਦੀ ਜਿਹੜੀ ਅਦਲਾ ਬਦਲੀ ਨੂੰ ਕੰਟਰੋਲ ਕਰਦੇ ਹੋਏ ਨੈਟਵਰਕ ਜਾਂ ਫਿਰ ਇੰਟਰਨੈਟ ਉੱਪਰ ਕਿਸੇ ਵੀ ਸਿਸਟਮ ਦਾ ਡਾਟਾ ਟਰਾਂਸਫਰ ਇਹਨਾਂ ਪ੍ਰੋਟੋਕੋਲਸ ਦੀ ਮਦਦ ਨਾਲ ਸੰਭਵ ਹੁੰਦਾ ਹੈ। TCP, IP, FTP, SMTP, HTTP ਆਦਿ ਕੁਝ ਆਮ ਵਰਤੇ ਜਾਣ ਵਾਲੇ ਨੈਟਵਰਕ ਪ੍ਰੋਟੋਕੋਲਸ ਦੀਆਂ ਉਦਾਹਰਨਾਂ ਹਨ। ਤੇ ਅਗਲਾ ਕੁਐਸਚਨ ਦੇਖੋ ਦੋਸਤੋ, ਵੱਡੇ ਉਤਰਾਂ ਵਾਲੇ ਪ੍ਰਸ਼ਨ। ਤਾਂ ਇਹਦੇ ਵਿੱਚੋਂ ਤੁਹਾਨੂੰ ਵੱਡੇ ਉਤਰਾਂ ਵਾਲੇ ਪੱਕੇ ਪੁੱਛੇ ਜਾਣਗੇ। ਆਹ ਵਾਲਾ ਚੈਪਟਰ ਜਿਹੜਾ ਹੈਗਾ ਵਾ ਕਿ ਨੈਟਵਰਕ ਯੰਤਰ ਕੀ ਹਨ, ਕਿਸੇ ਵੀ 3 ਨੈਟਵਰਕ ਯੰਤਰਾਂ ਦਾ ਦੱਸੋ। ਤਾਂ ਦੇਖੋ ਨੈਟਵਰਕ ਯੰਤਰ ਤੋਂ ਭਾਵ ਹੈ ਕਿ ਹਾਰਡਵੇਅਰ ਯੰਤਰ ਜੋ ਇੱਕ ਨੈਟਵਰਕ ਬਣਾਉਣ ਲਈ ਵਰਤੇ ਜਾਂਦੇ ਹਨ। ਵੱਖ-ਵੱਖ ਕਿਸਮਾਂ ਦੇ ਨੈਟਵਰਕ ਲਈ ਵੱਖ-ਵੱਖ ਤਰ੍ਹਾਂ ਦੇ ਨੈਟਵਰਕ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਸਵਿੱਚ, ਹੱਬ, ਰਾਊਟਰ, ਬ੍ਰਿਜ, ਗੇਟਵੇ ਤੇ ਅੱਗੇ ਹੈਗਾ ਆਪਣਾ ਬਰਾਊਟਰ ਆਦਿ। ਇਸ ਦੀਆਂ ਕੁਝ ਜਿਵੇਂ ਕਿ ਯੰਤਰਾਂ ਦੀਆਂ ਵਰਣਨ ਕੀਤਾ ਹੋਇਆ ਇਸ ਪ੍ਰਕਾਰ ਹੈ। ਤਾਂ ਦੇਖ ਸਕਦੇ ਹੋ ਕਿ ਸਵਿੱਚ ਇਹ ਇੱਕ ਉਪਕਰਨ ਇੱਕ ਨੈਟਵਰਕ ਵਿੱਚ ਜਿਹੜਾ ਹੈਗਾ ਮੌਜੂਦ ਵੱਖ-ਵੱਖ ਜਿਹੜੀਆਂ ਹੈਗਾ ਡਿਵਾਈਸਾਂ ਜਿਵੇਂ ਕਿ ਕੰਪਿਊਟਰ, ਪ੍ਰਿੰਟਰਸ, ਰਾਊਟਰਸ ਜਾਂ ਫਿਰ ਹੋਰ ਸਵਿੱਚਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਤਾਂ ਜੋ ਇਹ ਡਿਵਾਈਸ ਆਪਸ ਵਿੱਚ ਸੰਚਾਰ ਕਰਨ ਯੋਗ ਹੋ ਸਕਣ। ਰਾਊਟਰ ਕੀ ਹੈ ਦੋਸਤੋ, ਇਹ ਉਪਕਰਨ ਸਾਡੇ ਨੈਟਵਰਕ ਨੂੰ ਇੰਟਰਨੈਟ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ। ਇੱਕ ਅਜਿਹਾ ਸਵਿੱਚ ਵਰਗਾ ਹੀ ਠੀਕ ਹੈ ਉਪਕਰਨ ਹੁੰਦਾ ਹੈ ਜੋ ਕਿ ਡਾਟਾ ਪੈਕਟ ਨੂੰ ਉਸ ਦੇ IP ਐਡਰੈਸ ਤੇ ਨੈਟਵਰਕ ਉੱਪਰ ਭੇਜਦਾ ਹੈ। ਤੇ ਅਗਲਾ ਕੀ ਹੈ ਕਿ ਬ੍ਰਿਜ। ਤਾਂ ਦੇਖੋ ਬ੍ਰਿਜ ਦੇ ਵਿੱਚ ਕੀ ਲਿਖਿਆ ਕਿ ਇਸ ਉਪਕਰਨ ਦੀ ਵਰਤੋਂ ਦੋਸਤੋ ਵੱਖਰੇ ਜਿਹੜਾ ਹੈਗਾ ਇੰਟਰਨੈਟ ਜੇ ਨੈਟਵਰਕ ਨੂੰ ਆਪਸ ਵਿੱਚ ਜੋੜਨ ਲਈ ਕੀਤਾ ਜਾਂਦਾ ਹੈ। ਡਾਟਾ ਜਿਹੜਾ ਹੈਗਾ ਪੈਕਟਸ ਨੂੰ ਨੈਟਵਰਕ ਵਿੱਚ ਅੱਗੇ ਭੇਜਣ ਲਈ ਇੱਕ ਮੈਕ ਐਡਰੈਸ ਦੀ ਵਰਤੋਂ ਕਰਦਾ ਹੈ। ਇਸ ਜਿਹੜਾ ਹੈਗਾ ਉਪਕਰਨ ਵਿੱਚ ਸਿਰਫ ਇੱਕ ਜਿਹੜਾ ਹੈਗਾ ਇਨਪੁੱਟ ਪੋਰਟ ਅਤੇ ਇੱਕ ਹੀ ਆਊਟਪੁੱਟ ਪੋਰਟ ਹੁੰਦੀ ਹੈ, ਇਸ ਲਈ ਇਸ ਨੂੰ ਠੀਕ ਹੈ ਜੀ 2 ਪੋਰਟ ਵਿੱਚ ਉਪਲਬਧ ਵੀ ਕਿਹਾ ਜਾਂਦਾ ਹੈ। ਤੇ ਉਸ ਤੋਂ ਬਾਅਦ ਦੋਸਤੋ ਕੀ ਹੈ, ਅਨਗਾਈਡ ਮੀਡੀਆ ਕੀ ਹੁੰਦਾ ਹੈ? ਤਾਂ ਦੇਖੋ ਕਿਸੇ 2 ਮੀਡੀਆ ਦੇ ਬਾਰੇ ਲਿਖੋ। ਅਨਗਾਈਡ ਮੀਡੀਆ ਦੋਸਤੋ ਇੱਕ ਟਰਾਂਸਮਿਸ਼ਨ ਜਿਹੜਾ ਹੈਗਾ ਮੀਡੀਆ ਹੈ, ਇੱਕ ਅਜਿਹਾ ਮੀਡੀਆ ਹੈ ਜਿਸ ਵਿੱਚ ਕੇਬਲਾਂ ਦੀ ਵਰਤੋਂ ਕੀਤੇ ਬਿਨਾਂ ਹਵਾ ਰਾਹੀਂ ਇਹ ਡਾਟਾ ਟਰਾਂਸਫਰ ਕੀਤਾ ਜਾਂਦਾ ਹੈ। ਇਸ ਕਿਸਮਾਂ ਦੇ ਸੰਚਾਰ ਨੂੰ ਅਕਸਰ ਦੋਸਤੋ ਵਾਇਰਲੈਸ ਸੰਚਾਰ ਵਜੋਂ ਵੀ ਦੋਸਤੋ ਜਾਣਿਆ ਜਾਂਦਾ ਹੈ। ਇਸ ਵਿੱਚ ਡਾਟਾ ਟਰਾਂਸਫਰ ਇੱਕ ਨਿਸ਼ਚਿਤ ਮਾਰਗ ਦੀ ਬਜਾਏ ਹਰ ਦਿਸ਼ਾ ਵਿੱਚ ਹੋ ਸਕਦੇ ਹਨ। ਬਲੂਟੂਥ, ਵਾਈਫਾਈ ਜਿਹੜਾ ਹੈਗਾ ਆਪਣਾ ਦੋਸਤੋ, ਰੇਡੀਓ ਵੇਵਸ, ਸੈਟੇਲਾਈਟ ਆਦਿ ਅਨਗਾਈਡ ਮੀਡੀਆ ਦੀਆਂ ਉਦਾਹਰਨਾਂ ਹਨ। ਤਾਂ ਕੀ ਹੈ ਦੋਸਤੋ, ਵਾਈਫਾਈ ਇਸ ਦਾ ਪੂਰਾ ਨਾਮ ਵਾਇਰਲੈਸ ਡਿਫਿਕਲਟੀ ਹੈ। ਇਹ ਇੱਕ ਪ੍ਰਸਿੱਧ ਵਾਇਰਲੈਸ ਨੈਟਵਰਕ ਟੈਕਨੋਲੋਜੀ ਹੈ। ਇਸ ਟੈਕਨੋਲੋਜੀ ਦੀ ਵਰਤੋਂ ਕਰਕੇ ਅਸੀਂ ਇੱਕ ਨੈਟਵਰਕ ਨਾਲ ਜੁੜੇ ਹੋਏ ਜਾਂ ਫਿਰ 2 ਤੋਂ ਵੱਧ ਉਪਕਰਨਾਂ ਵਿਚਕਾਰ ਬਿਨਾਂ ਕੇਬਲ ਤਾਰਾਂ ਦੇ ਜਾਣਕਾਰੀ ਆਦਾਨ ਪ੍ਰਦਾਨ ਕਰ ਸਕਦੇ ਹਾਂ। ਬਲੂਟੂਥ ਇੱਕ ਅਜਿਹਾ ਕਿਸਮ ਦਾ ਰੇਡੀਓ ਸੰਚਾਰ ਟੈਕਨੋਲੋਜੀ ਹੈ ਕਿ ਇਹ ਫੋਨ, ਕੰਪਿਊਟਰ ਅਤੇ ਹੋਰ ਜਿਹੜੇ ਹੈਗੇ ਨੈਟਵਰਕਾਂ ਡਿਵਾਈਸਾਂ ਦੇ ਵਿਚਕਾਰ ਇੱਕ ਦੋਸਤੋ ਛੋਟੀ ਦੂਰੀ ਦੇ ਵਾਇਰਲੈਸ ਨੈਟਵਰਕਾਂ ਨੂੰ ਸਮਰਥ ਬਣਾਉਂਦੀ ਹੈ, ਜੋ 2 ਬਲੂਟੂਥ ਜਿਹੜਾ ਉਪਕਰਨ ਨੂੰ ਆਪਸ ਵਿੱਚ ਕਨੈਕਟ ਕਰਕੇ ਜਿਹੜੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਪੇਅਰਿੰਗ ਕਿਹਾ ਜਾਂਦਾ ਹੈ। ਤੇ ਅੱਗੇ ਕੀ ਹੈ ਪ੍ਰਸ਼ਨ, ਟਵਿਸਟਡ ਪੇਅਰ ਜਿਹੜਾ ਹੈਗਾ ਕੀ ਹੈ, ਇਸ ਦੇ ਫਾਇਦੇ ਅਤੇ ਨੁਕਸਾਨ ਬਾਰੇ ਲਿਖੋ। ਦੋਸਤੋ ਟਵਿਸਟਡ ਪੇਅਰ ਇੱਕ ਕੇਬਲ ਗਾਈਡਜ਼ ਟਰਾਂਸਮਿਸ਼ਨ ਮੀਡੀਆ ਹੈ। ਇਸ ਦੀ ਵਰਤੋਂ ਨੈਟਵਰਕ ਵਿੱਚ ਡਾਟਾ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਸ ਕੇਬਲ ਵਿੱਚ ਵੱਖੋ ਵੱਖਰੀਆਂ
ਜਿਹੜੀਆਂ ਹੈਗੀਆਂ ਨੇ ਇੰਸੂਲੇਟਿਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਆਪਸ ਵਿੱਚ ਡਿਵਿਸਟ ਕੀਤਾ ਹੈਗਾ ਦੋਸਤੋ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਪਹਿਲੀ ਤਾਰ ਦੀ ਵਰਤੋਂ ਲਈ ਡਾਟਾ ਨੂੰ ਟਰਾਂਸਫਰ ਕਰਨ ਲਈ ਅਤੇ ਦੂਜੀ ਤਾਰ ਨੂੰ ਜਿਹੜਾ ਹੈਗਾ ਆਪਣਾ ਗਰਾਊਂਡ ਯਾਨੀ ਕਿ ਅਰਥਿੰਗ ਲਈ ਵਰਤਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਦੋਸਤੋ ਕ੍ਰੋਸ ਟਾਕ ਯਾਨੀ ਕਿ ਨੂੰ ਘੱਟ ਕਰਨ ਦੇ ਲਈ, ਠੀਕ ਹੈ ਜੀ, ਕ੍ਰੋਸ ਟਾਕ ਨੂੰ ਘੱਟ ਕਰਨ ਦੇ ਲਈ ਤਾਰਾਂ ਨੂੰ ਆਪਸ ਵਿੱਚ ਟਵਿਸਟ ਕੀਤਾ ਗਿਆ ਹੈ। ਟਵਿਸਟਡ ਪੇਅਰ ਦੀਆਂ ਕੀ ਫਾਇਦੇ ਹਨ ਤਾਂ ਦੋਸਤੋ ਇਹ ਕੇਵਲ ਐਨਾਲੌਗ ਅਤੇ ਜਿਹੜਾ ਹੈਗਾ ਡਿਜੀਟਲ ਪ੍ਰਸਾਰਣ ਦੋਵਾਂ ਲਈ ਵਰਤਿਆ ਜਾ ਸਕਦੀਆਂ ਹਨ। ਇਹ ਕੇਵਲ ਘੱਟ ਦੂਰੀਆਂ ਲਈ ਜਿਹੜੀਆਂ ਸਸਤੀਆਂ ਹੁੰਦੀਆਂ ਹਨ। ਜੇਕਰ ਨੈਟਵਰਕ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਪੂਰਾ ਨੈਟਵਰਕ ਡਾਊਨ ਨਹੀਂ ਹੁੰਦਾ। ਟਵਿਸਟਡ ਪੇਅਰ ਦੇ ਨੁਕਸਾਨ ਤਾਂ ਦੋਸਤੋ ਦੇਖੋ, ਰਿਪੀਟਰਾਂ ਦੀ ਵਰਤੋਂ ਕੀਤੇ ਬਿਨਾਂ ਸਿਗਨਲ ਲੰਬੀ ਦੂਰ ਤੈਅ ਨਹੀਂ ਕਰ ਸਕਦਾ। ਠੀਕ ਹੈ ਜੀ। ਇਹ ਜਿਹੜੇ ਤਾਰਾਂ ਬਹੁਤ ਪਤਲੀਆਂ ਹੋਣ ਕਾਰਨ ਆਸਾਨੀ ਨਾਲ ਟੁੱਟ ਜਾਂਦੀਆਂ ਹਨ। ਤੇ ਉਸ ਤੋਂ ਬਾਅਦ ਦੋਸਤੋ ਕੀ ਹੈ ਆਪਣਾ ਦੇਖੋ ਕਿ ਫਾਈਬਰ ਆਪਟੀਕਲ ਕੇਬਲ ਕੀ ਹੈ, ਇਸ ਦੇ ਫਾਇਦੇ ਤੇ ਨੁਕਸਾਨ ਦੇਖੋ। ਆਪਟੀਕਲ ਫਾਈਬਰ ਦੋਸਤੋ ਕੇਵਲ ਇੱਕ ਜਿਹੜਾ ਹੈਗਾ ਗਾਈਡਡ ਟਰਾਂਸਮਿਸ਼ਨ ਮੀਡੀਆ ਹੈ। ਇਸ ਦੀ ਵਰਤੋਂ ਦੋਸਤੋ ਨੈਟਵਰਕ ਵਿੱਚ ਡਾਟਾ ਸੰਚਾਰ ਲਈ ਕੀਤਾ ਜਾਂਦਾ ਹੈ। ਇਸ ਦੀ ਦੋਸਤੋ ਡਾਟਾ ਜਿਹੜੇ ਹੈਗੇ ਡਿਜੀਟਲ ਡਾਟਾ ਸਿਗਨਲ ਨੂੰ ਪ੍ਰਕਾਸ਼ ਦੇ ਰੂਪ ਵਿੱਚ ਤਬਦੀਲ ਕਰਕੇ ਟਰਾਂਸਫਰ ਕੀਤਾ ਜਾਂਦਾ ਹੈ। ਇਹ ਕੇਵਲ ਬਹੁਤ ਸਾਰੇ ਪਤਲੇ ਲਚਕਦਾਰ ਆਪਟੀਕਲ ਦੀਆਂ ਜਿਹੜੀਆਂ ਹੈਗੀਆਂ ਨੇ ਤੋਂ ਮਿਲ ਕੇ ਬਣੀ ਹੁੰਦੀ ਹੈ। ਹਰੇਕ ਜਿਹੜਾ ਹੈਗਾ ਫਾਈਬਰ ਨੂੰ ਇਹਨਾਂ ਤਿੰਨਾਂ ਲੇਅਰਾਂ ਨਾਲ ਬਣਿਆ ਹੁੰਦਾ ਹੈ। ਤਾਂ ਦੋਸਤੋ ਦੇਖੋ ਇਹਦੇ ਵਿੱਚ ਕੀ ਹੈ, ਤਾਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਕੋਰ ਇਹ ਜਿਹੜੀ ਹੈਗੀਆਂ ਨੇ, ਠੀਕ ਹੈ ਜੀ, ਕੁਆਲਿਟੀ ਦੀਆਂ ਜਿਹੜਾ ਸਿਲਿਕਾ ਗਲਾਸ ਜਾਂ ਫਿਰ ਪਲਾਸਟਿਕ ਦਾ ਬਣਿਆ ਹੁੰਦਾ ਹੈ। ਤੇ ਅੱਗੇ ਦੋਸਤੋ ਕਲੇਡਿੰਗ, ਇਹ ਵੀ ਇੱਕ ਉੱਚ ਕੁਆਲਿਟੀ ਦਾ ਸਿਲਿਕਾ ਗਲਾਸ ਜਾਂ ਪਲਾਸਟਿਕ ਤੋਂ ਬਣੀ ਹੁੰਦਾ ਹੈ। ਤੇ ਉਸ ਤੋਂ ਬਾਅਦ ਕੀ ਬਫਰ, ਇਹ ਪਲਾਸਟਿਕ ਤੋਂ ਬਣਿਆ ਬਾਹਰੀ ਜਿਹੜਾ ਹੈਗਾ ਪ੍ਰੋਟੈਕਟਿਵ ਕਵਰ ਹੁੰਦਾ ਹੈ। ਆਪਟੀਕਲ ਫਾਈਬਰ ਦੇ ਫਾਇਦੇ ਤਾਂ ਦੋਸਤੋ ਦੇਖੋ, ਇਹ ਉਦਯੋਗਿਕ ਅਤੇ ਸ਼ੋਰ ਸ਼ਰਾਬੇ ਵਾਲੇ ਖੇਤਰ ਲਈ ਢੁਕਵੀਂ ਹੈ। ਇਸ ਦੀ ਜਿਹੜੀ ਡਾਟਾ ਨੂੰ ਟਰਾਂਸਫਰ ਕਰਨ ਦੀ ਦੂਰ ਜਿਹੜੀ ਹੈਗੀ ਦੂਰ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੀ ਦੋਸਤੋ ਵਰਤੋਂ ਸੈਂਕੜੋਂ ਮੀਲਾਂ ਦੀ ਦੂਰੀ ਤੱਕ ਡਾਟਾ ਟਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਆਪਟੀਕਲ ਫਾਈਬਰ ਦੇ ਨੁਕਸਾਨ ਤਾਂ ਦੇਖੋ, ਆਪਟੀਕਲ ਫਾਈਬਰ ਕੇਵਲ ਮਹਿੰਗੇ ਹੁੰਦੇ ਹਨ, ਠੀਕ ਹੈ ਜੀ, ਤੇ ਇਹਨਾਂ ਤਾਰਾਂ ਦੀ ਵਰਤੋਂ ਕਰਨਾ ਆਸਾਨ ਨਹੀਂ ਹੁੰਦਾ ਹੈ। ਅੱਗੇ ਕੀ ਆਪਣਾ ਸੰਚਾਰ ਮੋਡ ਦੋਸਤੋ, ਇਹਦੇ ਵਿੱਚ ਦੇਖੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਕਿ ਸੰਚਾਰ ਮੋਡ ਕੀ ਹੈ, ਇਸ ਦੀਆਂ ਕਿਸਮਾਂ ਨੂੰ ਜਿਹੜਾ ਹੈਗਾ ਪਰਿਭਾਸ਼ਿਤ ਯਾਨੀ ਕਿ ਡਿਫਾਈਨ ਕਰੋ। ਸੰਚਾਰ ਮੋਡ ਦੋਸਤੋ ਟਰਾਂਸਮਿਸ਼ਨ ਮੋਡ ਦੇ ਤੌਰ 'ਤੇ ਵਰਤਿਆ ਜਾਣ ਵਾਲਾ, ਠੀਕ ਹੈ ਜੀ, ਵਰਤਿਆ ਜਾਂਦਾ ਹੈ। ਕਿਸੇ ਨੈਟਵਰਕ ਨਾਲ ਜਿਹੜਾ ਹੈਗਾ ਜੁੜੇ ਜਿਹੜਾ ਹੈਗਾ ਯੰਤਰਾਂ ਵਿਚਕਾਰ ਡਾਟਾ ਫਿਰ ਜਾਣਕਾਰੀ ਨੂੰ ਤਬਦੀਲ ਕਰਨ ਦੀ ਵਿਧੀ ਨੂੰ ਟਰਾਂਸਮਿਸ਼ਨ ਮੋਡ ਕਿਹਾ ਜਾਂਦਾ ਹੈ। ਸੰਚਾਰ ਮੋਡ ਦੋਸਤੋ ਤਿੰਨ ਕਿਸਮਾਂ ਦੇ ਹੁੰਦੇ ਹਨ। ਟਰਾਂਸਮਿਸ਼ਨ ਸੰਚਾਰ ਮੋਡ ਤਾਂ ਦੇਖੋ ਦੋਸਤੋ ਸਿੰਪਲੈਕਸ, ਤੇ ਉਸ ਤੋਂ ਬਾਅਦ ਦੋਸਤੋ ਹਾਫ ਡੁਪਲੈਕਸ ਤੇ ਫੁੱਲ ਡੁਪਲੈਕਸ। ਤਾਂ ਦੇਖੋ ਦੋਸਤੋ ਕੀ ਹੈ, ਸਿੰਪਲੈਕਸ ਮੋਡ ਦੇ ਵਿੱਚ ਇਸ ਸੰਚਾਰ ਵਿੱਚ ਸੰਸਾਰ ਇੱਕ ਦਿਸ਼ਾਵੀ ਯਾਨੀ ਕਿ ਯੂਨੀ ਡਾਇਰੈਕਸ਼ਨਲ ਹੁੰਦਾ ਹੈ। ਇਸ ਮੋਡ ਵਿੱਚ ਸ਼ਾਮਿਲ ਉਪਕਰਨਾਂ ਵਿੱਚੋਂ ਸਿਰਫ ਜਿਹੜਾ ਹੈਗਾ ਇੱਕ ਉਪਕਰਨ ਸਿਗਨਲ ਭੇਜ ਸਕਦਾ ਹੈ ਅਤੇ ਦੂਸਰਾ ਸਿਰਫ ਦੋਸਤੋ ਸਿਗਨਲ ਪ੍ਰਾਪਤ ਕਰ ਸਕਦਾ ਹੈ। ਉਦਾਹਰਣ ਲਈ ਦੋਸਤੋ ਕੀਬੋਰਡ ਅਤੇ ਕੰਪਿਊਟਰ ਦੇ ਵਿਚਕਾਰ ਸੰਚਾਰ। ਤੇ ਉਸ ਤੋਂ ਬਾਅਦ ਦੋਸਤੋ ਹਾਫ ਡੁਪਲੈਕਸ, ਇਸ ਸੰਚਾਰ ਮੋਡ ਵਿੱਚ ਜਿਹੜਾ ਹੈਗਾ ਸੰਚਾਰ ਦਾ ਪ੍ਰਵਾਹ ਦੋਵੇਂ ਦਿਸ਼ਾਵਾਂ ਵਿੱਚ ਹੋ ਸਕਦਾ ਹੈ, ਪਰੰਤੂ ਇੱਕ ਸਮੇਂ ਵਿੱਚ ਸਿਰਫ ਇੱਕ ਹੀ ਉਪਕਰਨ ਹੀ ਸੰਚਾਰ ਕਰਨ ਦੇ ਯੋਗ ਹੁੰਦਾ ਹੈ। ਉਦਾਹਰਣ ਦੇ ਲਈ ਵਾਕੀ ਟਾਕੀ, ਠੀਕ ਹੈ ਜੀ, ਜਿਸ ਵਿੱਚ ਇੱਕ ਪਾਸੇ ਤੋਂ ਹੀ ਜਿਹੜਾ ਹੈਗਾ ਸੈਂਡਰ ਬੋਲਦਾ ਹੈ ਅਤੇ ਦੂਜੇ ਪਾਸਿਓਂ ਰਿਸੀਵਰ ਸੁਣਦਾ ਹੈ ਅਤੇ ਫਿਰ ਇੱਕ ਵਿਰਾਮ ਤੋਂ ਬਾਅਦ ਦੂਸਰਾ ਬੋਲਦਾ ਹੈ ਅਤੇ ਪਹਿਲਾ ਵਿਅਕਤੀ ਸੁਣਦਾ ਹੈ। ਤੇ ਉਸ ਤੋਂ ਬਾਅਦ ਦੋਸਤੋ ਕੀ ਹੈ, ਫੁੱਲ ਡੁਪਲੈਕਸ ਮੋਡ। ਤਾਂ ਦੇਖੋ ਫੁੱਲ ਡੁਪਲੈਕਸ ਮੋਡ ਵੀ ਸੰਚਾਰ ਦਾ ਪ੍ਰਵਾਹ ਦੋਵੇਂ ਦਿਸ਼ਾਵਾਂ ਵਿੱਚ ਹੁੰਦੇ ਹਨ, ਪਰੰਤੂ ਇਸ ਵਿੱਚ ਇੱਕ ਸਮੇਂ ਹੀ ਦੋਵੇਂ ਦਿਸ਼ਾਵਾਂ ਵਿੱਚ ਸੰਚਾਰ ਸੰਭਵ ਹੁੰਦਾ ਹੈ। ਇਹ ਡਿਵਾਈਸਾਂ ਦੇ ਵਿਚਕਾਰ ਸੰਚਾਰ ਕਰਨ ਦਾ ਸਭ ਤੋਂ ਜਿਹੜਾ ਹੈਗਾ ਦੋਸਤੋ ਜਿਹੜਾ ਤੇਜ਼ ਮੋਡ ਹੈ। ਉਦਾਹਰਣ ਦੇ ਲਈ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਹੋਏ ਦੋ ਵਿਅਕਤੀਆਂ ਵਿੱਚ ਜਿਹੜੀ ਗੱਲਬਾਤ ਯਾਨੀ ਕਿ ਸੰਚਾਰ ਹੁੰਦੀ ਹੈ। ਤੇ ਸੂਚਨਾ ਟੈਕਨੋਲੋਜੀ ਵਿੱਚ ਮੌਜੂਦਾ ਰੁਝਾਨ ਤਾਂ ਦੇਖੋ, ਪਹਿਲਾ ਪ੍ਰਸ਼ਨ ਕੀ ਹੈ ਕਿ ਇਨਫੋਰਮੇਸ਼ਨ ਟੈਕਨੋਲੋਜੀ IT ਇੱਕ ਅਜਿਹਾ ਖੇਤਰ ਹੈ ਜਿਸ ਦੇ ਤਹਿਤ ਕੰਪਿਊਟਰ ਜਾਂ ਫਿਰ ਹੋਰ ਭੌਤਿਕ ਉਪਕਰਨਾਂ, ਹਾਰਡਵੇਅਰ, ਸਾਫਟਵੇਅਰ ਦੀ ਵਰਤੋਂ ਇਲੈਕਟ੍ਰੋਨਿਕ ਡਾਟਾ ਨੂੰ ਬਣਾਉਣ, ਪ੍ਰਕਿਰਿਆ ਕਰਨ, ਸੁਰੱਖਿਆ ਕਰਨ ਅਤੇ ਆਦਾਨ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਠੀਕ ਹੈ। ਦੂਸਰਾ ਕੀ ਹੈ ਆਪਣਾ ਕਿ ਆਨਲਾਈਨ ਸਿੱਖਿਆ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ ਵਿਦਿਆਰਥੀ ਜਿਹੜਾ ਹੈਗਾ ਵੈ ਇੰਟਰਨੈਟ ਦੀ ਵਰਤੋਂ ਕਰਕੇ ਕਿਸੇ ਵੀ ਜਗ੍ਹਾ ਬੈਠ ਕੇ ਵੀ ਸਿੱਖ ਸਕਦਾ ਹੈ। ਉਸ ਤੋਂ ਬਾਅਦ ਤੀਸਰਾ ਕੀ ਹੈ ਦੇਖੋ, ਐਂਡਰਾਇਡ ਆਪਰੇਟਿੰਗ ਸਿਸਟਮ ਇੱਕ ਮੋਬਾਈਲ ਆਪਰੇਟਿੰਗ ਸਿਸਟਮ ਹੈ। ਉਸ ਤੋਂ ਬਾਅਦ ਕੀ ਹੈ ਕਿ ਕਲਾਉਡਿੰਗ ਕੰਪਾਊਟਿੰਗ ਇੱਕ ਕਿਸਮ ਦੀ ਇੰਟਰਨੈਟ ਆਧਾਰਿਤ ਕੰਪਾਊਟਿੰਗ ਤਕਨੀਕ ਹੈ। ਉਸ ਤੋਂ ਬਾਅਦ ਦੋਸਤੋ ਫੁੱਲ ਫਾਰਮ ਦੇਖਾਂਗੇ ਆਪਾਂ, ਪੂਰੇ ਨਾਮ ਲਿਖੋ, ਜਿਵੇਂ ਕਿ ਦੇਖੋ ਵਾਈਫਾਈ ਦਾ ਆਏਗਾ ਦੋਸਤੋ ਕੀ ਆ ਜਾਏਗਾ, ਵਾਇਰਲੈਸ ਫਿਡਿਲਿਟੀ, VR ਦਾ ਆਏਗਾ ਵਰਚੁਅਲ ਰਿਐਲਿਟੀ, ਤੇ IoT ਦਾ ਆ ਜਾਏਗਾ ਦੋਸਤੋ ਇੰਟਰਨੈਟ ਆਫ ਥਿੰਗਸ, IT ਦਾ ਆ ਜਾਏਗਾ ਇਨਫੋਰਮੇਸ਼ਨ ਟੈਕਨੋਲੋਜੀ, GPS ਦਾ ਆ ਜਾਏਗਾ ਗਲੋਬਲ ਪੋਜੀਸ਼ਨਿੰਗ ਸਿਸਟਮ। ਤੇ ਹੁਣ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇਖਦੇ ਹਾਂ। ਤਾਂ ਦੋਸਤੋ ਦੇਖੋ ਕੀ ਹੈ ਪਹਿਲਾ ਪ੍ਰਸ਼ਨ ਕਿ ਇਨਫੋਰਮੇਸ਼ਨ ਟੈਕਨੋਲੋਜੀ IT ਕੀ ਹੈ। ਤਾਂ ਦੋਸਤੋ ਇਨਫੋਰਮੇਸ਼ਨ ਟੈਕਨੋਲੋਜੀ ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਕੰਪਿਊਟਰ ਜਾਂ ਫਿਰ ਹੋਰ ਉਪਕਰਨਾਂ ਦੀ ਵਰਤੋਂ ਇਲੈਕਟ੍ਰੋਨਿਕ ਡਾਟਾ ਨੂੰ ਬਣਾਉਣ, ਉਸ ਉੱਪਰ ਪ੍ਰਕਿਰਿਆ ਕਰਨ, ਉਸ ਨੂੰ ਸੁਰੱਖਿਅਤ ਕਰਨ ਅਤੇ ਉਸ ਦੇ ਆਦਾਨ ਪ੍ਰਦਾਨ ਲਈ ਕੀਤੀ ਜਾਂਦੀ ਹੈ। ਇਨਫੋਰਮੇਸ਼ਨ ਟੈਕਨੋਲੋਜੀ ਕਿਸੇ ਵੀ ਸੰਸਥਾ ਜਾਂ ਫਿਰ ਕਾਰੋਬਾਰ ਉਹ ਖੇਤਰ ਹੁੰਦਾ ਹੈ ਜੋ ਕਿ ਕੰਪਿਊਟਰ ਅਤੇ ਟੈਕਨੋਲੋਜੀ ਨਾਲ ਸੰਬੰਧਿਤ ਸਾਰੇ ਕੰਮ ਕਰਦਾ ਹੈ।
उस तो बाद दूसरा प्रश्न की है कि इन्फॉर्मेशन टैक्नोलॉजी विच मौजूदा जिहड़ा हैगा 4 रुझानां दे नां दसो। तो देखो इन्फॉर्मेशन टैक्नोलॉजी विच मौजूदा मुख्य रुझानां दे नां इस प्रकार हैं, वाईफाई टैक्नोलॉजी, ब्लूटूथ टैक्नोलॉजी, ई कमर्स, GPS टैक्नोलॉजी, एंड्रॉयड टैक्नोलॉजी ते IoT यानी कि इंटरनेट ऑफ थिंग्स। अगे की है कि ब्लूटूथ जिहड़ा टैक्नोलॉजी दी जिहड़ा डिफाइन करो परिभाषा दिओ। तो देखो ब्लूटूथ एक किस्म की रेडियो संचार टैक्नोलॉजी है जिस दे नाल असीं किस्म दीआं ठीक है जिहड़ियां हैगीआं मीडिया फाइलों नूं बिना ਜਿਹੜਾ ਤਾਰਾਂ ਤੋਂ ਭੇਜਿਆ ਜਾਂ ਫਿਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਫੋਨ, ਕੰਪਿਊਟਰ ਅਤੇ ਹੋਰਾਂ ਡਿਵਾਈਸਾਂ ਵਿਚਕਾਰ ਇੱਕ ਛੋਟੀ ਦੂਰੀ ਦੀ ਵਾਇਰਲੈਸ ਨੈਟਵਰਕ ਨੂੰ ਸਮਰੱਥਾ ਬਣਾਉਂਦੀ ਹੈ। ਦੋ ਬਲੂਟੂਥ ਉਪਕਰਨਾਂ ਨੂੰ ਆਪਸ ਵਿੱਚ ਕਨੈਕਟ ਕਰਨ ਲਈ ਜਿਹੜੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਪੇਅਰਿੰਗ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਕੀ ਹੈ ਕਿ GPS ਟੈਕਨੋਲॉजी ਕੀ ਹੈ? ਤਾਂ GPS ਦਾ ਪੂਰਾ ਨਾਮ ਕੀ ਹੈ? ਗਲੋਬਲ ਪੋਜੀਸ਼ਨਿੰਗ ਸਿਸਟਮ। ਅੱਜ ਹੋਰ ਸਮਾਰਟਫੋਨ ਵਿੱਚ ਅੱਜ ਠੀਕ ਹੈ GPS ਉਪਲਬਧ ਹੁੰਦਾ ਹੈ। GPS ਦੀ ਵਰਤੋਂ ਕਿਸੇ ਵੀ ਜਗ੍ਹਾ ਦੀ ਭੂਗੋਲਿਕ ਸਥਿਤੀ ਲੱਭਣ ਲਈ ਕੀਤੀ ਜਾਂਦੀ ਹੈ। ਇੱਕ ਜਿਹੜਾ ਹੈਗਾ ਗਲੋਬਲ ਨੈਵੀਗੇਸ਼ਨ ਜਿਹੜਾ ਆਪਣਾ ਸੈਟੇਲਾਈਟ ਸਿਸਟਮ ਹੈ, ਇਸ ਦੀ ਮਦਦ ਨਾਲ ਅਸੀਂ ਜਿਹੜਾ ਹੈਗਾ ਸਥਾਨਾਂ ਵਿਚਕਾਰ ਦੂਰੀ ਜਾਂ ਫਿਰ ਰਸਤਾ ਲੱਭਣ ਸਕਦੇ ਹਾਂ। ਜਦੋਂ ਵੀ ਅਸੀਂ ਆਪਣਾ WhatsApp ਉੱਪਰ ਕਿਸੇ ਨੂੰ ਵੀ ਆਪਣੀ ਲਾਈਵ ਲੋਕੇਸ਼ਨ ਸੈਂਡ ਕਰਦੇ ਹਾਂ ਤਾਂ GPS ਦੀ ਵਰਤੋਂ ठीक है कर रहे होंगे हाँ ठीक है। तो उस तो बाद 12वीं जो देखो अगे की है प्रश्न 5वां कि इन्फॉर्मेशन टैक्नोलॉजी के प्रसंग विच जिहड़ा हैगा मल्टीमीडिया टैक्नोलॉजी बारे दसो। तो देखो इस विच वो सारियां तकनीकां शामिल हैं जो कि मल्टीमीडिया समग्री बनाउण जां फिर प्रदर्शन करन विच मदद करदियां हैं। चित्र, आडियो, वीडियो, टैक्सट नूं अते जिहड़ा हैगा एनीमेशन किसी भी मल्टीमीडिया समग्री नूं महत्वपूर्ण तत्त हुंदे हैं। मल्टीमीडिया समग्री नूं तैयार करन लई खास किस्म के मल्टीमीडिया मैनेजिंग सॉफ्टवेयर की वरतों की जाती है। टैक्नोलॉजी की परिभाषा दो तो देखो जिहड़ा हैगा 5G टैक्नोलॉजी तो भाव है कि 5वीं जनरेशन की टैक्नोलॉजी ठीक है जी। 5वीं जिहड़ी अगली पीढ़ी के जिहड़ा हैगा वायरलैस टैक्नोलॉजी है जिवें कि आ देख लो दिता है इन्होंने डायग्राम ठीक है जी। स्पीड हुंदा वा उहदे विच सिग्नल जिहड़ा बिग डाटा इंटरनेट नैटवर्क टैक्नोलॉजी तो इंटरनेट ऑफ थिंग्स ट्रैफिक्स ठीक है जी। तो इस तरह की टैक्नोलॉजी आ चुकी हैं ठीक है जी। आप अपने पेज तो भटक गए हाँ, आप अपना पेज लभ लीए पहला कित्थे गया बई पेज। हाँ जी 2 मिनट रुकियो जी मैं इत्थे पेज लभ रहा अपना। हाँ जी तो इत्थे आपां सीगे ठीक है जी। तो इस तो बाद दोस्तों देखो इत्थे की है कि जिहड़ी ये टैक्नोलॉजी 2G 3G अते 4G टैक्नोलॉजी नालों बहुत ही बेहतर टैक्नोलॉजी है। 5G टैक्नोलॉजी मोबाइल नैटवर्क लोगों को आपस में जोड़न दे नाल मशीनां अते उपकरणां नूं आपस में जोड़न अते जिहड़ा हैगा कंट्रोल करन दा काम करेगी। 5G टैक्नोलॉजी विच इंटरनेट की स्पीड 4G टैक्नोलॉजी तो 100 गुना तेज़ हो सकती है। इसकी इंटरनेट स्पीड जिहड़ी कि 20 Gbps ठीक है जी तो वध होवेगी कि वड्डी मात्रा विच डाटा नूं ठीक है आसानी नाल डाउनलोड अते अपलोड किया जा सकेगा ठीक है जी। तो उस तो बाद की है वड्डे उत्तरां वाले प्रश्न। तो दोस्तों वड्डे उत्तरां वाले प्रश्न आ चौथा चैप्टर है, ये नहीं आएंगे तो आप इसनूं छड्ड रहे हैं ठीक है जी। ये आप नहीं करेंगे आप चलो हुण सीधा 5वां चैप्टर करेंगे क्योंकि दोस्तों आह जिहड़ा चैप्टर आ हुण जिहड़ा 5वां चैप्टर आ ये लॉन्ग क्वेश्चन आंसर आऊगा वड्डे उत्तरां वाले ठीक है जी। इसलिए आप चौथा वाला छड्ड दिता वा। एक तो तुहाडा दूसरा चैप्टर सीगा जिहड़ा ठीक है जी उहदे विचों एक तुहाडा जिहड़ा 5वां चैप्टर आ उहदे विचों आऊगा ठीक है जी। दूसरा ही चैप्टर सीगा एक बार दोबारा देख लेने आ। हाँ जी सॉरी दूसरा नहीं है दोस्तों आ देखो मैनूं तां ही लग रहा सीगा कि दोबारा देख लेने आ। एक तुहाडा हैगा तीसरा चैप्टर ये आप लॉन्ग क्वेश्चन आंसर कर चुके हैं ठीक है जी। तो हुण आप 5वां चैप्टर शुरू करांगे ये भी आप लॉन्ग क्वेश्चन आंसर करांगे। तो चलो दोस्तों शुरू देखते हैं ये जिथे सीगे आप तो अगे 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 हाँ जी तो अगे जावांगे होर दोस्तों। हाँ जी तो यह देखो पार्ट 5वां ये आप लॉन्ग क्वेश्चन आऊगा तो आप ये भी रिवाइज करांगे लॉन्ग क्वेश्चन आंसर। तो देखो शुरू करते हैं। पहला की है जिहड़ा हैगा AI की धारणा किस ने लियांदी? तो दोस्तों AI की धारणा जॉन जिहड़ा हैगा मैककार्थी ने लैके आंदी। AI की किहड़ी किस्म एक हरियां योग्यतावां ते केंद्रित है अते जिहड़ा एक खास कार्य करती है। तो इहदा की आ जाएगा अपना आ जाएगा नैरो AI ठीक है जी। तो उस तो बाद की है कि इन्हां विचों जिहड़ा हैगा किसे AI किस्म विच डाटा स्टोर करने की समर्था नहीं है। तो दोस्तों वो है रिएक्टिव मशीन ठीक है जी। तो उस तो बाद है कुदरती भाषा नूं कंप्यूटरी दे समझण योग रूप में बदलण अखवाउंदा है। तो दोस्तों उसनूं की कहंदे आ मशीन ट्रांसलेशन ठीक है जी। तो उस तो बाद की है कि जिहड़ा हैगा अपना एक्सपर्ट सिस्टम का दिमाग हुंदा है। तो दोस्तों इनफ्रेंस इंजन ठीक है इहदा यह आ जाएगा इनफ्रेंस इंजन। तो उस तो बाद की है जिथे माहिरां तो प्राप्त ज्ञान नूं स्टोर किया जाता है उसनूं की कहंदे हैं? तो दोस्तों उसनूं कहंदे हैं नॉलेज बेस ठीक है जी। तो उस तो बाद की है कि रोबोट जो इकत्तर किए डाटा ਦੇ विश्लेषण ਲਈ सहायता प्रदान करते हैं। तो दोस्तों वो आ जाएगा रिसर्च रोबोट। उस तो बाद खाली थावां है देखो की है आर्टिफिशियल इंटैलीजेंस के 2 मुख्य भागां ठीक है जी यानी कि आ जाएगा टाइप 1 और टाइप 2 विच वंडिया जा सकता है। उस तो बाद दोस्तों की कि डीप ब्लू इत्थे दोस्तों इसका आंसर आएगा डीप ब्लू जिहड़ा IBM द्वारा विकसित किया गया
एक जिहड़ा हैगा चैस खेडण वाला कंप्यूटर है, ठीक है। उस तो बाद दोस्तों जिहड़ा हैगा एप्पल सीरी, ठीक है जी, जिहड़ा हैगा वा की है ਉਹ दोस्तों एप्पल सीरी नैरो आर्टिफिशियल जिहड़ा हैगा इंटैलीजेंस का एक वधिया उदाहरण है। तो उस तो चौथा की है कि रीएक्टिव मशीनां दी कोई मैमोरी नहीं हुंदी, ठीक है जी। उस तो बाद दोस्तों की है देख सकते हो कि MYC, ठीक है जी, IN इस तरह का कुछ लिखा है अते बाद उस तो बाद किया जाएगा डेंड्रल, ठीक है जी, इत्थे आ जाएगा डेंड्रल आर्टिफिशियल इंटैलीजेंस के उदाहरण। तो उस तो बाद दोस्तों की है कि जिहड़ी चौथी पीढ़ी दे रोबोट मनुखता दी जिहड़ी दी तरह जिहड़ा हैगा रुझान सुझान अते कुशल होणगे, ठीक है जी, चौथी पीढ़ी। तो उस तो बाद देखो की है AI की फुल फॉर्म की आर्टिफिशियल इंटैलीजेंस, तो अपना GAI का की है दोस्तों जनरल आर्टिफिशियल इंटैलीजेंस, NLP का की है दोस्तों नैचुरल लैंगुएज प्रोसैसिंग, तो अपना SAI का की है दोस्तों स्ट्रॉन्ग आर्टिफिशियल इंटैलीजेंस। हुण छोटे उत्तरां वाले प्रश्न देखते हैं दोस्तों। आर्टिफिशियल इंटैलीजेंस की है, तो दोस्तों आर्टिफिशियल इंटैलीजेंस तो भाव है कि जिहड़ा अपना बौद्धिक योग्यता नूं बनाउंदे बनावटी तरीके नाल, ठीक है जी, विकसित करना ही, ठीक है जी, की है करना ਅਤੇ AI कंप्यूटर साइंस की एक जिहड़ी अजिही शाखा जो मशीनां नूं मनुੱਖ ਦੀ तरह सूझ-बूझ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਮਨੁੱਖੀ ਜੀਵਨ ਨੂੰ ਆਸਾਨੀ ਅਤੇ ਜਿਹੜਾ ਆਰਾਮਦਾਇਕ ਬਣਾਉਣ ਲਈ ਸਮਾਰਟ ਮਸ਼ੀਨਾਂ ਦੇ ਵਿਕਸਿਤ ਕੀਤੀਆਂ ਜਾਂਦੀਆਂ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਕੁਝ ਉਦਾਹਰਨਾਂ ਜਿਵੇਂ ਕਿ ਰੋਬੋਟ, ਸਮਾਰਟ ਕਾਰਾਂ, ਡਰੋਨ ਸਿਸਟਮ, ਅਲੈਕਸਾ ਆਦਿ ਹੈ। ਤੇ ਉਸ ਤੋਂ ਬਾਅਦ ਕੁਐਸਚਨ ਕੀ ਹੈ ਇੱਥੇ ਆਪਣਾ ਦੇਖੋ, ਹਾਂਜੀ, आर्टिफिशियल इंटैलीजेंस दियाँ उप किस्मां नूं चित्र राहीं दसो। तो देख सकते हो कि AI दियाँ किस्मां की हैं, टाइप 1 ਅਤੇ टाइप 2 हैं, ठीक है। टाइप 1 ਦੇ ਵਿੱਚ ਕੀ ਆ ਜਾਏਗਾ ਤੁਹਾਡਾ योग्यतावां ते आधार है, तो योग्यतावां ते टाइप 2 है दोस्तों ਜਿਹੜਾ ਹੈਗਾ योग्यतावां ਤੇ ਕੰਮਾਂ ਦੇ ਆਧਾਰਿਤ ਹੈ। तो ਇਹਦੇ ਵਿੱਚ टाइप 1 ਦੇ ਵਿੱਚ ਕੀ ਆ ਜਾਏਗਾ नैरो आर्टिफिशियल इंटैलीजेंस, जरनल इंटैलीजेंस, ठीक है जी, तो अपना स्ट्रॉन्ग ਜਿਹੜਾ ਹੈਗਾ आर्टिफिशियल इंटैलीजेंस, ठीक है जी। तो ਜਿਹੜਾ टाइप 2 है ਇਹਦੇ ਵਿੱਚ ਕੀ ਆ ਜਾਏਗਾ रिएक्टिव मशीनां, लिमिटेड मैमोरी, ठीक है जी, तो अपना थ्योरी ऑफ माइंड तो सैल्फ जिहड़ा हैगा अवेयरनैस। तो उस तो बाद हुण देखते हैं तुहाडा जिहड़ा हैगा नैरो AI अते जरनल AI विच अंतर। तो देखो नैरो AI अते जरनल AI विच अंतर इस प्रकार है। नैरो आर्टिफिशियल इंटैलीजेंस जिहड़ा हैगा दोस्तों यह AI दी अजिही किस्म है विच जिहड़ी एक हरी योग्यता उपर, ठीक है जी, आधारित सिस्टम तैयार किया जाता है। इन्हां सिस्टमां द्वारा एक खास समर्पित ਕਾਰਜ ਕੀਤੇ ਜਾਂਦੇ ਹਨ। ਇਹ ਸਿਸਟਮ ਜਿਹੜਾ ਹੈਗਾ ਪਰਿਭਾਸ਼ਿਤ ਖੇਤਰ ਤੋਂ ਬਾਹਰ ਕੁਝ ਨਹੀਂ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਇਹਨਾਂ ਸਿਸਟਮਾਂ ਨੂੰ ਵੀਕ AI ਵੀ ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ ਐਪਲ ਕੰਪਨੀ ਦਾ ਸੀਰੀ ਜੋ ਸ਼ਤਰੰਜ ਖੇਡਣ ਵਾਲੇ ਕੰਪਿਊਟਰ ਸਿਸਟਮ, ਪਿਕਚਰਾਂ ਦੀ ਪਹਿਚਾਣ ਕਰਨ ਵਾਲੇ ਕੰਪਿਊਟਰ ਸਿਸਟਮ ਆਦਿ, ਠੀਕ ਹੈ ਜੀ। ਅਤੇ ਆਪਣਾ ਜਿਹੜਾ ਜਰਨਲ ਜਿਹੜਾ ਹੈਗਾ ਵਾ ਜਰਨਲ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਕਿ ਜਰਨਲ AI, ਇਹ ਅਜਿਹਾ ਕਿਸਮ ਹੈ ਜਿਸ ਵਿੱਚ ਮਸ਼ੀਨਾਂ, ਕੰਪਿਊਟਰਾਂ, ਸਿਸਟਮਾਂ ਮਨੁੱਖਾਂ ਵਾਂਗ ਕਿਸੇ ਵੀ ਆਮ ਕੰਮ ਨੂੰ ਕਰ ਸਕਦੇ ਹਨ। ਇਹਨਾਂ ਸਿਸਟਮਾਂ ਦੀ ਸਮਰੱਥਾ ਮਨੁੱਖ ਦੇ ਬਰਾਬਰ ਹੁੰਦੀ ਹੈ। ਇਹ ਸਿਸਟਮ ਨੈਰੋ AI ਦੇ ਮੁਕਾਬਲੇ ਵਧੇਰੇ ਗੁੰਝਲਦਾਰ ਹੁੰਦੇ ਹਨ, ਪਰੰਤੂ ਅਜੇ ਤੱਕ ਇਸ ਪ੍ਰਣਾਲੀ ਤਹਿਤ ਕੋਈ ਵੀ ਮਸ਼ੀਨ ਵਿਕਸਿਤ ਨਹੀਂ ਕੀਤੀ ਜਾ ਸਕੀ। ਉਸ ਤੋਂ ਬਾਅਦ ਕੀ ਹੈ ਕਿ ਐਕਸਪਰਟ ਜਿਹੜਾ ਸਿਸਟਮ ਤੋਂ ਤੁਸੀਂ ਕੀ ਸਮਝਦੇ ਹੋ, ਐਕਸਪਰਟ ਸਿਸਟਮ ਦੀਆਂ ਉਦਾਹਰਨਾਂ ਦਿਓ। ਤਾਂ ਦੇਖੋ ਐਕਸਪਰਟ ਸਿਸਟਮ ਕੰਪਿਊਟਰ ਸਾਫਟਵੇਅਰ ਹੀ ਹੁੰਦੇ ਹਨ। ਇਹ ਸਾਫਟਵੇਅਰ ਕੰਪਿਊਟਰ ਸਾਇੰਸ ਦੀ ਜਿਹੜੀ ਸ਼ਾਖਾ ਆਰਟੀਫਿਸ਼ੀਅਲ ਇੰਟੈਲੀਜੈਂਸ ਅਧੀਨ ਆਉਂਦੇ ਹਨ। ਇਹ ਸਾਫਟਵੇਅਰ ਮੁੱਖ ਰੂਪ ਵਿੱਚ AI ਟੈਕਨੋਲੋਜੀ ਦਾ ਪ੍ਰਯੋਗ ਕਰਕੇ ਵਿਕਸਿਤ ਕੀਤੇ ਜਾਂਦੇ ਹਨ। ਇਸ ਤਰ੍ਹਾਂ ਦੇ ਸਾਫਟਵੇਅਰ ਜਿਹੜੇ ਹੈਗੇ ਆ, ਠੀਕ ਹੈ ਜੀ, ਸਿਸਟਮ ਇੱਕ ਵਿਸ਼ੇਸ਼ ਖੇਤਰ, ਵਿਸ਼ੇ ਜਾਂ ਕੌਸ਼ਲ ਬਾਰੇ ਵਿਸ਼ੇਸ਼ ਗਿਆਨ ਰੱਖਦੇ ਹਨ। ਐਕਸਪਰਟ ਸਿਸਟਮ ਦੀਆਂ ਕੁਝ ਉਦਾਹਰਨਾਂ ਇਸ ਪ੍ਰਕਾਰ ਹਨ। ਤਾਂ ਦੇਖੋ ਡੈਂਡਰਲ, ਇਹ ਜਿਹੜਾ ਹੈਗਾ ਕੈਮੀਕਲ ਵਿਸ਼ਲੇਸ਼ਣ ਕਰਨ ਵਾਲਾ ਜਿਹੜਾ ਐਕਸਪਰਟ ਸਿਸਟਮ ਹੈ। ਅਤੇ MYCIN ਤਾਂ ਇਹ ਦੋਸਤੋ ਇਹ ਐਕਸਪਰਟ ਸਿਸਟਮ ਖੂਨ ਦੇ ਦੋ ਇਨਫੈਕਸ਼ਨ ਦੇ ਇਲਾਜ ਲਈ ਮਾਹਿਰਾਂ ਦਾ ਹੁੰਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਪ੍ਰਸ਼ਨ ਪੰਜਵਾਂ ਕੀ ਹੈ, ਮਨੁੱਖੀ ਪ੍ਰਣਾਲੀ ਅਤੇ ਐਕਸਪਰਟ ਪ੍ਰਣਾਲੀ ਵਿੱਚ ਅੰਤਰ ਸਪਸ਼ਟ ਕਰੋ। ਤਾਂ ਦੇਖੋ ਮਨੁੱਖੀ ਪ੍ਰਣਾਲੀ ਦੇ ਵਿੱਚ ਇਸ ਦੀ ਯੋਗਤਾ ਸਮੇਂ ਦੇ ਨਾਲ ਘਟਦੀ ਹੈ, ਇਸ ਦੀ ਯੋਗਤਾ ਸਥਾਈ ਹੈ। ਮਨੁੱਖੀ ਨਤੀਜਿਆਂ ਦੇ ਅਨੁਮਾਨ ਨਹੀਂ ਲਗਾਇਆ ਜਾ ਸਕਦਾ, ਇਹਨਾਂ ਤੋਂ ਪ੍ਰਾਪਤ ਨਤੀਜਿਆਂ ਦੀ ਇਕਸਾਰਤਾ ਹੁੰਦੀ ਹੈ। ਇਹਨਾਂ ਨੂੰ ਟਰਾਂਸਫਰ ਕਰਨਾ ਔਖਾ ਹੈ, ਇਹਨਾਂ ਨੂੰ ਆਸਾਨੀ ਨਾਲ ਟਰਾਂਸਫਰ ਕੀਤਾ ਜਾ ਸਕਦਾ ਹੈ। ਮਨੁੱਖੀ ਮਾਹਿਰ, ਠੀਕ ਹੈ ਜੀ, ਮਹਿੰਗੇ ਹੁੰਦੇ ਹਨ। ਇੱਥੇ ਦੋਸਤੋ ਮਨੁੱਖ ਦੇ ਮੁਕਾਬਲੇ ਇਹ ਸਸਤਾ ਜਿਹੜਾ ਹੈਗਾ ਬਦਲ ਹੈ। ਉਸ ਤੋਂ ਬਾਅਦ ਕੀ ਹੈ, ਦੇਖੋ ਐਕਸਪਰਟ ਸਿਸਟਮ ਦੀਆਂ ਜਿਹੜੀਆਂ ਸੀਮਾਵਾਂ ਕੀ ਹਨ। ਤਾਂ ਦੇਖੋ ਜਿਹੜਾ ਇੱਕ ਐਕਸਪਰਟ ਸਿਸਟਮ ਮਨੁੱਖ ਦੀ ਤਰ੍ਹਾਂ ਫੈਸਲੇ ਲੈਣ ਦੀ ਤਾਕਤ ਨਹੀਂ ਰੱਖਦਾ। ਐਕਸਪਰਟ ਸਿਸਟਮ ਮਨੁੱਖ ਦੀ ਤਰ੍ਹਾਂ ਸਮਰਥ ਨਹੀਂ ਹੁੰਦਾ। ਐਕਸਪਰਟ ਸਿਸਟਮ ਘੱਟ ਗਿਆਨ ਹੋਣ ਦੀ ਸੂਰਤ ਵਿੱਚ ਸਹੀ ਫੈਸਲੇ ਨਹੀਂ ਲੈ ਸਕਦਾ। ਐਕਸਪਰਟ ਸਿਸਟਮ ਲਈ ਬਹੁਤ ਟ੍ਰੇਨਿੰਗ ਦੀ ਲੋੜ ਪੈਂਦੀ ਹੈ। ਤਾਂ ਦੇਖੋ ਅਗਲਾ ਪ੍ਰਸ਼ਨ ਕੀ ਹੈ ਕਿ AI ਦੇ ਖੇਤਰ ਵਿੱਚ ਵਰਤਿਆ ਜਾਂਦੀਆਂ ਕੰਪਿਊਟਰ ਦੀਆਂ ਕੁਝ ਭਾਸ਼ਾਵਾਂ ਬਾਰੇ ਸੰਖੇਪ ਵਿੱਚ ਦੱਸੋ। ਤਾਂ ਦੇਖੋ ਜਿਹੜਾ ਹੈਗਾ ਪਾਈਥਨ, ਇਸ ਭਾਸ਼ਾ ਦੀ ਵਰਤੋਂ ਵੱਡੇ ਪੱਧਰ 'ਤੇ, ਠੀਕ ਹੈ ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਹਨ। ਉਸ ਤੋਂ ਬਾਅਦ ਦੋਸਤੋ ਲਿਸਪ ਹੈ, ਯਾਨੀ ਕਿ LISP। ਤਾਂ ਦੇਖੋ AI ਦੇ ਵਿਕਾਸ ਲਈ ਜਿਹੜੀ ਹੈਗੀ ਲਿਸਪ ਕਾਫੀ ਪੁਰਾਣੀ ਭਾਸ਼ਾ ਹੈ। ਇਸ ਦੀ ਵਰਤੋਂ AI ਦੇ ਪਿਤਾਮਹ ਜੋਹਨ, ਠੀਕ ਹੈ,
ਮਕਾਰਥੀ ਦੁਆਰਾ 1958 ਵਿੱਚ ਕੀਤਾ ਗਿਆ। ਉਸ ਤੋਂ ਬਾਅਦ ਦੋਸਤੋ ਕੀ ਆਪਣਾ ਪ੍ਰੋਲੋਗ ਠੀਕ ਹੈ ਜੀ। ਇਸ ਭਾਸ਼ਾ ਦੀ ਵਰਤੋਂ ਮੈਡੀਕਲ ਪ੍ਰੋਜੈਕਟਾਂ ਦੇ ਜਿਹੜਾ ਹੈਗਾ ਕੰਮ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਸ ਦੀ ਵਰਤੋਂ ਐਕਸਪੋਰਟ ਸਿਸਟਮਾਂ ਨੂੰ ਵਿਕਸਿਤ ਕਰਨ ਲਈ ਵੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਜਾਵਾ ਨੂੰ ਦੋਸਤੋ AI ਦੇ ਵਿਕਾਸ ਲਈ ਇੱਕ ਚੰਗਾ ਵਿਕਲਪ ਮੰਨਿਆ ਜਾ ਸਕਦਾ ਹੈ। ਆਰ ਕੀ ਇਹ ਭਾਸ਼ਾ ਦੇ ਅੰਕੜਿਆਂ ਅਤੇ ਵਿਸ਼ਲੇਸ਼ਣ ਲਈ ਇੱਕ ਵਧੀਆ ਵਿਕਲਪ ਹੈ। ਉਸ ਤੋਂ ਬਾਅਦ ਹੁਣ ਦੇਖਦੇ ਹਾਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ, ਕਿਉਂਕਿ ਇਸ ਚੈਪਟਰ ਦੇ ਵਿੱਚ ਤੁਹਾਨੂੰ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਆਉਣਗੇ ਤਾਂ ਆਪਾਂ ਕਰਾਂਗੇ ਇਹਦੀ ਤਿਆਰੀ। ਤਾਂ ਦੇਖੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਜਿਹੜੇ ਖੇਤਰ ਕਿਹੜੇ ਹਨ, ਵੇਰਵਾ ਦਿਓ। ਤਾਂ ਦੇਖੋ ਹੁਣ ਦੇਖਦੇ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਮੁੱਖ ਖੇਤਰਾਂ ਦਾ ਵਰਣਨ ਇਸ ਪ੍ਰਕਾਰ ਹੈ। ਤਾਂ ਦੇਖੋ ਘੁਸਪੈਠ ਦਾ ਪਤਾ ਲਗਾਉਣ ਵਾਲੇ ਸਿਸਟਮ ਬਣਾਉਣ ਵਿੱਚ AI ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਦੇ ਤੌਰ 'ਤੇ ਆਪਰੇਟਿੰਗ ਸਿਸਟਮ ਦਾ ਜਿਹੜਾ ਫਾਇਰਵਾਲ ਪ੍ਰੋਗਰਾਮ ਜੋ ਕਿ ਅਣਅਧਿਕਾਰਿਤ ਵੈਬਸਾਈਟ ਨੂੰ ਆਪਣੇ ਆਪ ਰੋਕ ਦਿੰਦਾ ਹੈ। ਉਸ ਤੋਂ ਬਾਅਦ ਕੀ ਹੈ ਕਿ ਗੇਮਿੰਗ ਖੇਤਰ ਵਿੱਚ AI ਦੀ ਵਰਤੋਂ ਕੀਤੀ ਜਾਂਦੀ ਹੈ। ਵਿਸ਼ੇਸ਼ ਤੌਰ 'ਤੇ ਇਹ ਜਿਹੜੇ ਹੈਗਾ ਰਣਨੀਤਿਕ ਖੇਡਾਂ ਜਿਵੇਂ ਕਿ ਸ਼ਤਰੰਜ, ਟਿਕਟੌਕ ਠੀਕ ਹੈ ਜੀ, ਟਿਕ-ਟੈਕ-ਟੋ ਆਦਿ ਵਿੱਚ ਜਿਹੜਾ ਹੈਗਾ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਉਸ ਤੋਂ ਬਾਅਦ ਕੁਦਰਤੀ ਭਾਸ਼ਾਵਾਂ ਨੂੰ ਪ੍ਰੋਸੈਸ ਕਰਨ ਵਾਲੇ ਜਿਹੜੇ ਸਿਸਟਮਾਂ ਵਿੱਚ AI ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਦਾਹਰਨ ਦੇ ਲਈ ਮਨੁੱਖ ਨਾਲ ਗੱਲਬਾਤ ਕਰਨ ਯੋਗ ਕੰਪਿਊਟਰ ਸਿਸਟਮ ਜੋ ਕਿ ਮਨੁੱਖੀ ਭਾਸ਼ਾ ਨੂੰ ਸਮਝਦੇ ਅਤੇ ਪ੍ਰੋਸੈਸ ਕਰ ਸਕਦੇ ਹਨ। ਉਸ ਤੋਂ ਬਾਅਦ ਦੋਸਤੋ ਚੌਥਾ, ਵਿਜ਼ਨ ਸਿਸਟਮਾਂ ਨੂੰ ਬਣਾਉਣ ਵਿੱਚ AI ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਿਸਟਮ ਕੰਪਿਊਟਰ ਤੇ ਜਿਹੜਾ ਹੈਗਾ ਵਿਜ਼ੂਅਲ ਇਨਪੁੱਟ ਨੂੰ ਸਮਝ ਕੇ ਉਸ ਦਾ ਜਿਹੜਾ ਵਿਸ਼ਲੇਸ਼ਣ ਕਰਨ ਦੇ ਯੋਗ ਹੁੰਦੇ ਹਨ। ਉਦਾਹਰਨ ਦੇ ਲਈ ਸਪਾਈ ਡਰੋਨਸ ਠੀਕ ਹੈ ਜੀ। ਤੇ ਅਗਲਾ ਪੁਆਇੰਟ ਕੀ ਹੈ ਕਿ ਐਕਸਪਰਟ ਸਿਸਟਮਾਂ ਨੂੰ ਬਣਾਉਣ ਵਿੱਚ AI ਦੀ ਵਰਤੋਂ ਕੀਤੀ ਜਾਂਦੀ ਹੈ। ਛੇਵਾਂ ਕੀ ਹੈ ਕਿ ਸੁਝਾਨ ਜਿਹੜੇ ਰੋਬੋਟਸ ਹੁੰਦੇ ਨੂੰ ਬਣਾਉਣ ਵਿੱਚ AI ਦੀ ਵਰਤੋਂ ਕੀਤੀ ਜਾਂਦੀ ਹੈ। ਸੂਝਵਾਨ ਠੀਕ ਹੈ ਜੀ, ਜਿਹੜੇ ਰੋਬੋਟਸ ਹੁੰਦੇ ਹਨ ਉਹਨਾਂ ਨੂੰ ਠੀਕ ਹੈ ਜੀ ਬਣਾਉਣ ਵਿੱਚ AI ਦੀ ਵਰਤੋਂ ਕੀਤੀ ਜਾਂਦੀ ਹੈ। ਮਸ਼ੀਨ ਲਰਨਿੰਗ ਸਿਸਟਮਾਂ ਨੂੰ ਬਣਾਉਣ ਵਿੱਚ AI ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਦੇਖੋ ਦੋਸਤੋ ਕੁਐਸਚਨ ਕੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਦੱਸੋ। ਤਾਂ ਦੇਖੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਬਹੁਤ ਸਾਰੇ ਖੇਤਰ ਹਨ, ਉਹਨਾਂ ਵਿੱਚ ਕੁਝ ਮੁੱਖ ਖੇਤਰਾਂ ਵਿੱਚ AI ਦੀ ਮਹੱਤਤਾ ਵਰਣਨ ਠੀਕ ਹੈ ਜੀ ਇਸ ਪ੍ਰਕਾਰ ਹੈ। ਤਾਂ ਦੇਖੋ ਕੀ ਹੈ ਗੇਮ ਪਲੈਨਿੰਗ। ਤਾਂ ਦੇਖੋ ਗੇਮ ਪਲੈਨਿੰਗ ਵਿੱਚ ਕੀ ਆ ਜਾਏਗਾ, AI ਰਣਨੀਤਿਕ ਗੇਮਸ ਜਿਵੇਂ ਕਿ ਸ਼ਤਰੰਜ, ਪੋਕਰ, ਟਿਕ-ਟੈਕ-ਟੋਏ ਆਦਿ ਦੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਦਾਹਰਨ ਦੇ ਲਈ ਸ਼ਤਰੰਜ ਦੀ ਗੇਮ ਖੇਡਣ ਲਈ IBM ਕੰਪਨੀ ਦੁਆਰਾ ਤਿਆਰ ਕੀਤੀ ਡੀਪ ਬਲੂ ਮਸ਼ੀਨ ਹੈ। ਆਵਾਜ਼ ਪਹਿਚਾਨਣਾ AI ਤਕਨੀਕ ਯੂਜ਼ਰ ਦੁਆਰਾ ਬੋਲੇ ਗਏ ਸ਼ਬਦ ਨੂੰ ਪਹਿਚਾਣ ਦੇ ਟੈਕਸਟ ਰੂਪ ਵਿੱਚ ਬਦਲਦੀ ਜਾਂ ਫਿਰ ਪ੍ਰਤੀਕਿਰਿਆ ਦਿੰਦੀ ਹੈ ਤਾਂ ਇਸ ਨੂੰ ਸਪੀਚ ਰਿਕੋਗਨਾਈਜੇਸ਼ਨ ਸਿਸਟਮ ਵੀ ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ ਐਪਲ ਕੰਪਨੀ ਦਾ ਸੀਰੀ ਸਾਫਟਵੇਅਰ ਦੀ ਆਵਾਜ਼ ਪਹਿਚਾਣ ਕੇ ਯੂਜ਼ਰ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਦਿੰਦੀ ਹੈ। ਕੁਦਰਤੀ ਭਾਸ਼ਾ ਠੀਕ ਹੈ ਜਿਹਨੂੰ ਸਮਝਣਾ ਤਾਂ AI ਦੀ ਵਰਤੋਂ ਕੁਦਰਤੀ ਭਾਸ਼ਾ ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਨੂੰ ਸਮਝ ਕੇ ਅਤੇ ਉਹਨਾਂ ਦਾ ਵਿਸ਼ਲੇਸ਼ਣ ਦੇ ਲਈ ਕੀਤੀ ਜਾਂਦੀ ਹੈ। ਕੁਦਰਤੀ ਭਾਸ਼ਾ ਦੀ ਪ੍ਰਤੀਕਿਰਿਆ ਦਾ ਮੁੱਖ ਜਿਹੜਾ ਹੈਗਾ ਕੰਮ ਅਨੁਵਾਦ ਕਰਨਾ, ਵਿਆਕਰਨ ਦਾ ਅਤੇ ਜਿਹੜਾ ਵਿਸ਼ਲੇਸ਼ਣ ਕਰਨਾ ਆਦਿ ਹੁੰਦਾ ਹੈ ਠੀਕ ਹੈ ਜੀ। ਉਦਾਹਰਨ ਦੇ ਲਈ ਜਿਹੜਾ ਆਪਣਾ ਡਰੈਗਨ ਡਿਕਟੇਸ਼ਨ, ਵੌਇਸ ਟੈਕਸਟ ਮੈਸੇਜ, ਅਲੈਕਸਾ ਆਦਿ ਹੈ। ਕੰਪਿਊਟਰ ਵਿਜ਼ਨ ਅਤੇ ਵਿਸ਼ਲੇਸ਼ਣ ਠੀਕ ਹੈ ਜੀ। ਤਾਂ ਦੇਖੋ ਕੰਪਿਊਟਰ ਵਿਜ਼ਨ ਵਿੱਚ AI ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਹ ਸਿਸਟਮ ਤਸਵੀਰਾਂ ਅਤੇ ਜਿਹੜਾ ਹੈਗਾ ਪੈਟਰਨਾਂ ਤੋਂ ਆਪਣੇ ਆਪ ਜਾਣਕਾਰੀ ਜੁਟਾਉਂਦਾ ਹੈ ਅਤੇ ਉਹਨਾਂ ਨੂੰ ਸਮਝ ਕੇ ਸਾਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ। ਉਦਾਹਰਨ ਦੇ ਲਈ ਸਪਾਈ ਡਰੋਨਸ ਠੀਕ ਹੈ ਜੀ। ਤਾਂ ਦੇਖੋ ਅੱਗੇ ਕੀ ਹੈ ਕਿ AI ਦੇ ਲਾਭ ਅਤੇ ਹਾਨੀਆਂ ਬਾਰੇ ਦੱਸੋ। ਦੇਖੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਾਭ ਅਤੇ ਹਾਨੀਆਂ ਦਾ ਵਰਣਨ ਇਸ ਪ੍ਰਕਾਰ ਹੈ। ਤਾਂ ਦੇਖੋ ਇਹਨਾਂ ਦੇ ਸਭ ਤੋਂ ਪਹਿਲਾਂ ਲਾਭ ਕੀ ਹਨ। AI ਆਧਾਰਿਤ ਸਿਸਟਮ ਕਾਰਜਕੁਸ਼ਲਤਾ ਵਧਾਉਂਦੇ ਹਨ। ਇਹ ਸਿਸਟਮ ਬਿਨਾਂ ਕਿਸੇ ਗਲਤੀ ਦੇ ਗੁੰਝਲਦਾਰ ਕੰਮ ਕਰਦੇ ਹਨ। AI ਆਧਾਰਿਤ ਸਿਸਟਮ ਬਿਨਾਂ ਆਰਾਮ ਕੀਤੇ ਲੰਬਾ ਸਮੇਂ ਤੱਕ ਕੰਮ ਕਰ ਸਕਦੇ ਹਨ। ਇਹ ਸਿਸਟਮ ਮਨੁੱਖ ਦੀ ਤਰ੍ਹਾਂ ਬਿਮਾਰ ਨਹੀਂ ਹੁੰਦੇ ਅਤੇ ਨਾ ਹੀ ਛੁੱਟੀ ਲੈਂਦੇ ਹਨ। ਮਸ਼ੀਨਾਂ ਅਤੇ ਭਾਵਨਾਵਾਂ ਹੁੰਦੀਆਂ ਹਨ, ਇਸ ਲਈ ਕੰਮ ਦੇ ਵਿੱਚ ਜਿਹੜਾ ਹੈਗਾ ਆਉਣ ਵਾਲੀਆਂ ਭਾਵਨਕ ਰੁਕਾਵਟਾਂ ਜਾਂ ਫਿਰ ਰੋਬੋਟਸ ਨੂੰ ਰੋਕ ਨਹੀਂ ਸਕਦੀਆਂ। ਇਹ ਸਿਸਟਮ ਦੇ ਕੰਮ ਵਿੱਚ ਗਲਤੀ ਦੀ ਜਿਹੜੀ ਹੈਗੀ ਸੰਭਾਵਨਾ ਨਹੀਂ ਹੁੰਦੀ ਹੈ। ਇਹ ਸਿਸਟਮ ਅਜਿਹੇ ਖਤਰਨਾਕ ਜਿਹੜੇ ਖੇਤਰ ਵਿੱਚ ਕੰਮ ਕਰ ਸਕਦੇ ਹਨ ਜਿੱਥੇ ਮਨੁੱਖੀ ਜਾਨ ਦਾ ਖਤਰਾ ਹੁੰਦਾ ਹੈ, ਜਿਵੇਂ ਕਿ ਡੂੰਘੀਆਂ ਖਦਾਨਾਂ ਵਿੱਚ ਕੰਮ ਠੀਕ ਹੈ ਜੀ, ਆਪਣਾ ਪੁਲਾੜ ਵਿੱਚ ਕੰਮ ਆਦਿ। ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹਾਨੀਆਂ ਦੇਖੋ ਮਸ਼ੀਨਾਂ ਵਿੱਚ ਹਮਦਰਦੀ ਨਹੀਂ ਹੁੰਦੀ। ਇਹਨਾਂ ਸਿਸਟਮਾਂ ਦੀ ਜ਼ਿਆਦਾ ਵਰਤੋਂ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ। ਜੇਕਰ ਇਹ ਸਿਸਟਮ ਖਰਾਬ ਹੋ ਜਾਣ ਤਾਂ ਉਹਨਾਂ ਵਿੱਚ ਸਟੋਰ ਮਹੱਤਵਪੂਰਨ ਡਾਟਾ ਵੀ ਨਸ਼ਟ ਹੋ ਜਾਵੇਗਾ। ਜੇਕਰ ਇਹ ਸਿਸਟਮ ਗਲਤ ਹੱਥਾਂ ਵਿੱਚ ਚਲੇ ਜਾਣ ਤਾਂ ਇਹ ਸਿਸਟਮਾਂ ਦੀ ਜਿਹੜੀ ਹੈਗੀ ਦੁਰਵਰਤੋਂ ਹੋ ਸਕਦੀ ਹੈ ਠੀਕ ਹੈ ਜੀ। ਅਤੇ ਅੱਗੇ ਕੀ ਹੈ ਕਿ ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ। ਤਾਂ ਦੇਖੋ ਐਕਸਪਰਟ ਸਿਸਟਮ ਦੀਆਂ ਕੁਝ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ। ਤਾਂ ਦੇਖੋ ਕੀ ਹੈ ਐਕਸਪਰਟਾਈਜ਼ ਯਾਨੀ ਕਿ ਐਕਸਪਰਟ ਸਿਸਟਮ ਕਿਸੇ ਇੱਕ ਖਾਸ ਖੇਤਰ ਵਿੱਚ ਮਹਾਰਤ ਰੱਖਦੇ ਹਨ। ਉਦਾਹਰਨ ਦੇ ਲਈ MYCIN ਐਕਸਪਰਟ ਸਿਸਟਮ ਖੂਨ ਦੇ ਇਨਫੈਕਸ਼ਨ ਦੇ ਇਲਾਜ ਲਈ ਮਾਹਿਰ ਹੁੰਦਾ ਹੈ। ਅਤੇ ਉਸ ਤੋਂ ਬਾਅਦ ਦੋਸਤੋ ਕੀ ਹੈ ਆਪਣਾ ਕੁਇਕ ਰਿਐਕਸ਼ਨ ਤਾਂ ਟਾਈਮ। ਤਾਂ ਦੇਖੋ ਐਕਸਪਰਟ ਸਿਸਟਮ ਨੂੰ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਇਹ ਤੁਰੰਤ ਦਿੰਦਾ ਹੈ।
तो रिलायबिलिटी एक्सपर्ट सिस्टम द्वारा कोई गलती नहीं की जाती, इसलिए ये विश्वासयोग होंगे हैं। फैसले की गुणवत्ता यानी कि डिसीजन क्वालिटी एक्सपर्ट सिस्टम जी गुणवत्ता के फैसले करने के योग होंगे हैं। तो उस तो बाद की है कंसिस्टेंट यानी कि एक्सपर्ट सिस्टम एक अजिहे प्रश्न सवाल के जवाब हमेशा इक्को जिहे होंगे हैं। तो घट लागत ये ਵੱਖ-ਵੱਖ ਖੇਤਰਾਂ ਵਿੱਚ ਜਿਵੇਂ कि डॉक्टरी जाँच ਲਈ किसी माहिर ਨਾਲ सलाह की लागत ਨੂੰ ਘਟਾਉਂਦਾ है। आर्टिफिशियल इंटैलीजेंस का सफल मॉडल एक्सपर्ट सिस्टम आर्टिफिशियल इंटैलीजेंस का सफल मॉडल है। ठीक है जी। तो उस तो बाद है तो पाठ 6वां। ठीक है जी। तो देखो पहला प्रश्न की है कि डैश यानी कि यदा किया जाएगा आंसर तो डिजिटलाइजेशन तो भाव सूचना नूं कंप्यूटर नूं पढ़न योग और जोड़ा संभालन योग रूप में बदलने की प्रक्रिया है। तो दूसरे का की आंसर आ जाएगा, दूसरे का आ जाएगा दोस्तों ई कमर्स तो भाव इंटरनेट राही वस्तां नूं खरीदना या फिर बेचना है। उस तो बाद आ जाएगा अपना दोस्तों डिजिटल पेमेंट नगदी रहत भुगतान का जोड़ा आसान और तेज तरीका है। फोर्थ की है NAD यानी कि नैड विच केवल विद्यक योग्यता के दस्तावेज जो कि विद्यक संस्थावां वालों डिजिटल माध्यम विच जारी किए जाते हैं। ठीक है जी, ही स्टोर हो सकते हैं। तो उस तो बाद की है अपना देखो अगला, तो अगला की है पंजवां। तो देखो पंजवें के की आ जाएगा, पंजवें के आएगा B2C यानी कि दोस्तों ई कमर्स की एक ही किस्म है जिस विच कंपनी और खपतकार शामिल होंगे हैं यानी कि बिजनेस टू कंज्यूमर। ठीक है जी, ये फुल फॉर्म है। तो उस तो बाद छोटे उत्तरों वाले प्रश्न देखो की है डिजिटलाइजेशन तो की भाव है, डिजिटलाइजेशन तो भाव है कि सूचना नूं डिजिटल माध्यम में बदलना की प्रक्रिया। सूचना नूं डिजिटल माध्यम में बदलने का मतलब होंदा है कि सूचना नूं कंप्यूटर द्वारा पढ़न योग और संभालन योग रूप में तब्दील करना। जिहड़ा है डिजिटल माध्यम विच सूचना नूं बिट्स के रूप में संभलिया जाता है। अजोके दौर में तस्वीरां डॉक्यूमेंट आडियो वीडियो आदि नूं वख-वख कंप्यूटर उपकरणों की सहायता नाल डिजिटल माध्यम में तब्दील करके ठीक है जी उन्होंने स्टोर करके रखा जाता है। जिवें उदाहरण के तौर पर जमीनों की जी फर्द का रिकॉर्ड आधार कार्ड ई बुक्स आदि। ठीक है जी। तो उस तो बाद की है कि नैट बैंकिंग बारे जानकारी दो। तो देखो नैट बैंकिंग नूं इंटरनेट बैंकिंग भी कहा जाता है। नैट बैंकिंग की वरतों करते हुए ठीक है जी असीं बैंकों नाल संबंधित जिहड़े हैगे आ ठीक है कई तरह के काम घर बैठे ही कर सकते हैं, किसी भी आसानी नाल कर रहे सकते हैं। ठीक है जी, अपने बैंक खाते की स्टेटमेंट देख सकते हैं, ਵੱਖ-ਵੱਖ किस्मां दी ऑनलाइन पेमेंट्स कर सकते हैं, बिना भुगतान ठीक है जी बिलों का भुगतान कर सकते हैं, बचत स्कीमां विच पैसे ट्रांसफर कर सकते हैं जिवें कि ऑनलाइन जोड़ा अपना SBI का हैगा वा योनो SBI ठीक है जी ऑनलाइन बैंकिंग जी इंटरनेट बैंकिंग है। तो उस तो बाद दोस्तों ई कमर्स तो तुसीं की समझते हो, ई कमर्स एक इलैक्ट्रॉनिक कमर्स या फिर इंटरनेट कमर्स भी कहा जाता है। ई कमर्स तो भाव इंटरनेट राही वस्तां नूं ठीक है जी खरीदना बेचना है, सेवावां की वरतों करना, पैसों का लैण देण आदि करना है। ई कमर्स की मदद नाल व्यापार और कारोबार बहुत जोड़ा प्रफुल्लित हाँ जी प्रफुल्लित जोड़ा है दोस्तों होए हैं। Amazon फ्लिपकार्ट eBay OLX क्यूकर आदि ई कमर्स वैबसाइट दीयां मुख्य उदाहरणां हैं। तो ई कमर्स दीयां किस्मां दे नाम दसो। इस विच क्या जाएगा व्यापार तो व्यापार यानी कि B2B व्यापार तो खपतकार यानी कि B2C तो C2C का क्या जाएगा खपतकार तो लैके खपतकार तो C2B दे विच आ जाएगा खपतकार तो व्यापार। ठीक है जी। तो उस तो बाद की है कि ऑनलाइन भुगतान के लाभ लिखो। तो देखो ऑनलाइन भुगतान जोड़ा है पैसों के लैण देण की बहुत ही आसान और जोड़ा है सुविधाजनक ढंग है। उस तो बाद दोस्तों की है उस तो बाद है दोस्तों इस सहूलत कारण हुण अपनी जेब में ज़्यादा नकदी रखने की लोड़ नहीं है। ठीक है जी, ज़्यादा नकदी कोल होने नाल उसदे जिहड़े गुम हो जाने या फिर चोरी होने का डर हुंदा है। ऑनलाइन भुगतान कारण असीं किसी भी समय और किसी भी थां ते आसानी नाल पैसों का लैण देण कर सकते हाँ। सरकार वालों डिजिटल भुगतान नूं प्रोत्साहित करने लई डिजिटल भुगतान के कई तरह के ठीक है जी राहत दिंदियां हन जिस नाल साडे वालों किते भी दोस्तों भुगतान की कुछ प्रतिशत राशि साडे खाते विच वापस आ जाती है। उस तो बाद देखो की है कि डिजी लॉकर बारे जानकारी दो। तो देखो डिजी लॉकर की है तो दोस्तों डिजी लॉकर जोड़ा है अपने सारे जरूरी दस्तावेज नूं ऑनलाइन स्टोर करने की एक सुरक्षित जोड़ा है ढंग है। जोड़ा डिजी लॉकर है दोस्तों उपर दस्तावेज स्टोर करने लई ठीक है सानू ऑनलाइन रजिस्ट्रेशन करनी पैंदी है। रजिस्ट्रेशन दौरान साडे खाते नूं आधार कार्ड नाल जोड़ दिता जाता है। इस खाते विच संबंधित व्यक्ति नूं 1 GB दी जिहड़ी है क्लाउड स्टोरेज उपलब्ध करवाई जाती है। डिजी लॉकर विच असीं विद्यक दस्तावेज तो इलावा होर दस्तावेज जिवें कि आधार कार्ड ड्राइविंग लाइसेंस आदि भी स्टोर कर सकते हैं। ई लर्निंग की है तो दोस्तों ई लर्निंग ठीक है जी जोड़ा है वह ऑनलाइन लर्निंग या फिर ऑनलाइन एजुकेशन भी कहा जाता है। ई लर्निंग तो भाव है कि ऑनलाइन शिक्षा प्राप्त करना, यह शिक्षा प्राप्त करने का आसान और जोड़ा आरामदायक तरीका है। इस विच असीं ऑनलाइन कोर्सां की पढ़ाई घर बैठे ही कर सकते हैं। परीक्षा भी ऑनलाइन ही दी जाती है। परीक्षा विच पास होना उपरंत सर्टिफिकेट की संबंधित संस्था वालों वैबसाइट तो डाउनलोड किया जा सकता है। कोर्स नाल संबंधित समग्री जिमें कि ई बुक्स वीडियो या आडियो या फिर लैक्चर आदि संबंधित संस्था वालों ऑनलाइन ही मुहैया करवाई जांदियां हैं जिमें कि मॉक्स स्वयं ठीक है स्वयं प्रभा तो PSEB ई बुक्स आदि सब कुछ महत्वपूर्ण प्रचलित ई जी लर्निंग टूल्स हैं।
तो उस तो बाद की है कि ऑनलाइन या फिर डिजिटल पेमेंट की होंगी है। तो देखो ऑनलाइन भुगतान नूं डिजिटल पेमेंट या फिर ई पेमेंट या फिर इलैक्ट्रॉनिक पेमेंट भी कहा जाता है। यह नकदी रहत यानी कि नकदी तो रहत होंगी है दोस्तों, ठीक है जी। भुगतान करने की आसान और तेज़ तरीका है। इस विच भुगतान करने वाला ते प्राप्त करने वाला दोवें ही डिजिटल माध्यम की वरतों करते हैं। डिजिटल पेमेंट राही पैसे ट्रांसफर, वस्तुओं की खरीददारी, बिलों का भुगतान आदि कामों नूं आसानी नाल कीता जा सकता है। ऑनलाइन भुगतान लई जिहड़ा हैगा क्रेडिट कार्ड, डेबिट कार्ड जिन्हों आप ATM कार्ड कहने हैं, ठीक है जी, ई वॉलेट, ठीक है, नैट बैंकिंग, भीम ऐप आदि वरतों करी जा सकती है। वड्डे उत्तरां वाले प्रश्न दोस्तों आप इहदे विचों नहीं करांगे क्योंकि जिहड़ा हैगा वड्डे उत्तरां वाले प्रश्न तुहाडे तीसरे चैप्टर और पंजवें चैप्टर दे विचों आउणगे तां उहदा आपां कर चुके हैं, ठीक है जी। तां इह आपां नहीं करांगे, ठीक है जी। तो हुण आपां अगले देखते हैं तुहाडा पाठ 7वां। तो देखो पाठ 7वां की है। पहला क्वेश्चन कि सरकार दीआं ऑनलाइन सेवावां अते सुविधावां नूं, ठीक है जी, की कहा जाता है? ई गवर्नेंस कहा जाता है। तो अगला क्वेश्चन की है G2C का की मतलब है? तो दोस्तों सरकार तो नागरिक। तो उस तो बाद की है अपना ई गवर्नेंस दीआं सेवावां अते सुविधावां दा अनेक आधुनिक रूप की है? तो दोस्तों वो स्मार्ट गवर्नेंस है। आधार कार्ड के नंबरों की गिनती कितनी होंगी है? तो दोस्तों वो 12 होंगी है, ठीक है जी। तो हेठ विचों केड़ा किसी भी इन्फॉर्मेशन सिस्टम का भाग है? तो दोस्तों वो है ये सारे, यानी कि डाटाबेस अते प्रोसीजर, नैटवर्क, हार्डवेयर अते सॉफ्टवेयर, ठीक है जी। तो अगे है खाली थावां पर देखो ई गवर्नेंस दी सेवावां अते सुविधावां नूं 3 भागां विच वंडिया जा सकता है। तो आधार नंबर भारतीय नागरिकां नूं विलक्षण पहचान दिंदा है, ठीक है जी। तो उस तो बाद दोस्तों सेवा अते सुविधा केंद्र, ठीक है जी, पंजाब विच पिंडां पद्धर ते ई गवर्नेंस की सेवा लई दोस्तों सेवा केंद्र या सुविधा केंद्र द्वारा दित्तियां जांदियां हन। तो उस तो बाद चौथा की है डैश की वरतों। तो दोस्तों किस दी वरतों? एक्सपर्ट सिस्टम की वरतों गंभीर या फिर जटिल समस्यावां का हल करने लई कीती जांदियां हन। तो उस तो बाद दोस्तों की है स्मार्ट कार्ड स्मार्ट गवर्नेंस की, ठीक है जी, प्रतीक हैं। उस तो बाद देखो बहुत छोटे उत्तरां वाले प्रश्न की है? तो देखो दोस्तों बहुत छोटे उत्तरां वाले प्रश्न यानी कि देखो UIDAI का पूरा नाम लिखो। तो देखो यूनीक आइडेंटिफिकेशन अथॉरिटी ऑफ इंडिया जो कि आधार कार्ड बनाती है। तो उस तो बाद दोस्तों की है कि कोई 2 इन्फॉर्मेशन सिस्टमां के नाम लिखो, मिस तो अपना DSS यानी कि मिस का क्या आएगा? मैनेजमेंट इन्फॉर्मेशन सिस्टम। तो DSS का आ जाएगा डिसीजन सपोर्ट सिस्टम, ठीक है जी। ई गवर्नेंस के पद्धरां के नाम लिखो। देखो राष्ट्रीय पद्धर, घरेलू पद्धर तो अंतरराष्ट्रीय पद्धर, 3 पद्धर होंगे हैं, ठीक है जी। उन्होंने ये नाम हैं। G2G का पूरा नाम लिखो, गवर्नमेंट टू, ठीक है जी, गवर्नमेंट टू गवर्नमेंट यानी कि G2G, ठीक है जी। तो TPS का फुल फॉर्म यानी कि ट्रांजैक्शन प्रोसैसिंग सिस्टम। छोटे उत्तरां वाले प्रश्न दोस्तों देखो की है ई गवर्नेंस के 3 पद्धर किहड़े हैं? जिवें कि आपां पता ही है नैशनल लैवल, डोमैसटिक लैवल, स्टेट लैवल हुंदा जिहड़ा, ठीक है जी। तो इंटरनैशनल लैवल 3 लैवल ये होंगे हैं। तो उस तो बाद की है कि स्मार्ट गवर्नेंस बारे संखेप में जानकारी दो। तो ई गवर्नेंस का मॉडर्न जिहड़ा नाम ही स्मार्ट गवर्नेंस है। स्मार्ट का अर्थ हुंदा है दोस्तों आकर्षित और गवर्नेंस का अर्थ हुंदा है दोस्तों शासन। साधारण शब्दों में असीं कह सकते हैं कि लोकतंत्रिक प्रणाली में बहुत ही जिहड़ा हैगा यह बेहतर योजना बनती है। तो चंगे फैसले लैण लई नवीं टैक्नोलॉजी की वरतों ही जिहड़ी स्मार्ट गवर्नेंस अखाउंदी है। यह लोकतंत्री प्रक्रियावां नूं बेहतर बनाउण अते टैक्नोलॉजी की वरतों करते हुए, ठीक है जी, बेहतर जनता सेवावां प्रदान करने के तरीके नाल संबंधित है। आधार कार्ड के कोई 4 उपयोग लिखो। बैंकों में खाता खुलवाउण दे लई, गैस कनैक्शन और सब्सिडी लैण लई, मोबाइल सिम कार्ड और टैलीफोन कनैक्शन लैण लई, वक्-वक् भलाई स्कीमां के लाभ लैण लई विलक्षण पहचान दस्तावेज वजों, ठीक है जी। तो उस तो बाद की है कि इन्फॉर्मेशन सिस्टम के भागों बारे दसो। तो देखो हार्डवेयर भाग, सॉफ्टवेयर भाग, तो डाटाबेस भाग, नैटवर्क भाग, तो उस तो बाद दोस्तों प्रोसीजर, ठीक है जी। इनू रीड कर लो दोस्तों जिवें लिखा है। हार्डवेयर भाग की है? इस भाग में जिहड़ा मोनीटर, CPU, कीबोर्ड, माउस, प्रिंटर, हार्ड डिस्क आदि शामिल होंगे हैं। तो जिहड़ा अपना सॉफ्टवेयर भाग है दोस्तों, इस भाग में जिहड़ा हैगा वै, ठीक है, सारे प्रोग्राम शामिल होंगे हैं जो हार्डवेयर की वरतों करके डाटा नूं प्रोसैस करते हैं। तो उस तो बाद दोस्तों डाटाबेस यह डाटा नूं स्टोर करने लई वरतिया जाता है। नैटवर्क दोस्तों ये जिहड़ा भाग राही जिहड़ा हैगा सूचना और डाटे नूं शेयरिंग की जाती है। प्रोसीजर इस भाग में वो विधियां प्रक्रियावां शामिल होंदियां हैं जिन्हां नाल डाटा, ठीक है जी, उपर कम जिहड़ा हैगा सूचना प्राप्त की जाती है। उस तो बाद दोस्तों की है कि सेवा ਅਤੇ सुविधा केंद्र की होंगे हैं? व्याख्या करो। तो दोस्तों सेवा केंद्र जिवें कि आप देख सकते हो कि सेवा केंद्र जिथे तुसीं अपना आधार कार्ड, ठीक है जी, जाति सर्टिफिकेट, रिहासी सर्टिफिकेट, जो भी दोस्तों ई गवर्नेंस के काम होंगे हैं उस तरह के काम तुसीं उत्थे जाके कराने हो, ठीक है जी। तो उसनूं सेवा केंद्र कहते हैं। जिवें कि देखो सरकार ने ई गवर्नेंस राही ई सेवावां अते सहूलतां प्रदान करने लई वक्-वक् पद्धरां जिला, तहसील, ब्लाकां, शहरां, पिंडां उत्ते बहुत सारे जिहड़े हैगा सहायता केंद्र यानी कि सुविधा केंद्र खोले हैं। इन्हां सहायता केंद्रां नूं सर्व सेवा केंद्र या फिर सेवा केंद्र भी कहा जाता है। ये केंद्र नागरिकां नूं कई तरह दीयां सेवावां प्रदान करते हैं जिवें कि रिहासी सर्टिफिकेट जारी करना, जाति सर्टिफिकेट जारी करना, जन्म मौत सर्टिफिकेट जारी करना आदि। अगे हुण दोस्तों वड्डे उत्तरां वाले प्रश्न हैं, ये आपां नहीं करांगे बिकॉज क्योंकि ये लॉन्ग क्वेश्चन आंसर आने ही नहीं गे,
ठीक है जी। तो हुण दोस्तों आपां अगे देखते हैं। हाँ जी, पेज तो आपां भटक चुके हैं, तो आपां कित्थे सीगे? हाँ जी, अगे सीगे, सॉरी, आपां अगे ही चलते हैं सीधा। ठीक है जी, आपां ये करांगे नहीं, हुण सीधा आपां नैक्सट अपना चैप्टर देखते हैं, क्योंकि दोस्तों ये वड्डे उत्तरां वाले आउणगे नहीं। अगर तुसीं करने तो तुसीं अपनी कर लिओ, ठीक है जी, कोई नहीं गा, नॉलेज वध जूगी। तो उस तो बाद देखो की है, पहला प्रश्न की है, तो देखो टूल फ्री हैंड नाल जिहड़ा हैगा ड्राइंग नूं सिलैक्ट करन दी जिहड़ी आग्या दिंदा है। तो दोस्तों देखो टूल फ्री हैंड नूं, ठीक है जी, आह लैसो, ठीक है जी। तो उस तो बाद दोस्तों की है दूसरा शिफ्ट प्लस सी दी जिहड़ी डैश दी सारट कट है, तो दोस्तों किस दी है? तो दोस्तों वो है अपनी तस्वीर नूं क्रॉप करन दी, ठीक है जी। तो उस तो बाद तीसरा की है कि स्केल ऑप्शन इमेज दा जो है जी की है, तो दोस्तों आधार आकार है, सॉरी, आकार बदलण लई वरती जाती है। उस तो बाद की है, देख सकते हो कि चौथा की है दोस्तों, ये विच लेयर्स वो शीट्स स्टैक का समूह होंगे हैं जो कि एक दूजे के उपर नज़र आउंदियां हैं, ठीक है जी। तो उस तो बाद की है पंजवां देखो की है डुप्लीकेट लेयर, ठीक है जी, जिहड़ा हैगा वा डुप्लीकेट लेयर टूल एक्टिव लेयर डुप्लीकेट कापी बनाउण विच जिहड़ा मदद करता है। उस तो बाद की है खाली थावां पर होता देखो लेयर नूं रिजाइन करन लई, ठीक है जी, स्केल टूल वरत्या जाता है। लेयर नूं मूव करन दे लई दोस्तों मूव टूल वरत्या जाता है। ऑब्जैक्ट नूं कैनवस तो हटाउण लई दोस्तों इरेजर टूल वरत्या जाता है। तो जदों तस्वीर नूं दोस्तों स्केल्ड किया जाता है तो तस्वीर क्वालिटी घटती है। उस तो बाद दोस्तों की है, तो उस तो बाद है दोस्तों कैनवस इमेज, यानी कि कैनवस इमेज विंडो का महत्वपूर्ण हिस्सा जा जिथे तस्वीर दिखाई जाती है। उस तो बाद दोस्तों गिफ की फुल फॉर्म की है, देख सकते हो कि ग्राफिक्स इंटरचेंज फॉर्मेट, PNG की दोस्तों पोर्टेबल नेटवर्क ग्राफिक्स, तो टिफ की दोस्तों टैग्ड इमेज फाइल फॉर्मेट, JPG की दोस्तों ज्वाइंट फोटोग्राफिक एक्सपर्ट ग्रुप, PSD की दोस्तों फोटोशॉप डॉक्यूमेंट, BMP की बिटमैप पिक्चर, ठीक है जी। तो छोटे उत्तर वाले प्रश्न देखो की है कि इमेज एडिटिंग तो की भाव है, तो दोस्तों इमेज एडिटिंग प्रोसैस नूं इमेज जिहड़ा रीटीचिंग भी कहा जाता है। यही एक अजिहा प्रोसैस है जिस राही असी डिजिटल फॉर्मेट में स्टोर तस्वीरां विच जरूरत अनुसार कुछ बदलाव करते हाँ। यह बदलाव असी अक्सर तस्वीरां नूं वधिया देखण लई करते हाँ। इमेज जिहड़ा एडिटिंग करते हुए असी तस्वीरां उपर कई तरह के काम जिवें कि तस्वीर का साइज छोटा वड्डा, ब्राइटनेस कंट्रास्ट ठीक करना, क्रॉप रोटेट फ्लिप आदि कर सकते हाँ। इन्हां कामां लई असी कंप्यूटर विच खास इमेज एडिटिंग सॉफ्टवेयर वरतते हैं। उदाहरण के लिए WhatsApp, फोटोशॉप अते GIMP आदि। तो GIMP विच जिहड़ा हैगा, ठीक है, मास्क की होंदे हैं, तो देखो जिहड़ा हैगा मास्किंग या फिर मास्क तो भाव है कि एक नवी अलग लेयर जो किसी होर लेयर की जिहड़ी हैगी आ ओपेसिटी ट्रांसपेरेंसी सैट करन लई बनाई जाती है। मास्क लेयर की वरतों दोस्तों करके मुख लेयर नूं, ठीक है जी, जिहड़ा हैगा मुख लेयर के उस हिस्से नूं छुपा दिता जाता है जिस नूं, ठीक है जी, असी एडिट करना चाहते हाँ। इसलिए जो जिहड़ा हैगा एडिटिंग मास्क नूं लागू करन तो बाद की जाएगी, वह सिर्फ मुख परत के उस हिस्से की होगी जो मास्क द्वारा निर्धारित किया जाता है। मास्क नूं वरतन नूं मेन लेयर खराब नहीं होंदी। तो उस तो बाद प्रश्न तीसरा की है GIMP विच तस्वीर की डुप्लीकेट कापी किवें बनाई जा सकती है। तो देखो इमेज नूं क्लिक करो, डुप्लीकेट ऑप्शन पर क्लिक करो, जिहड़ा हैगा शॉर्टकट की जिहड़ा अपना Ctrl+D की वरतों नाल तस्वीर की डुप्लीकेट कापी बनाई जा सकती है। उस तो बाद की है देखो GIMP विच तस्वीर नूं खोलण दे जिहड़े हैगे कोई दो तरीके लिखो। तो देखो फाइल ओपन की वरतों करो, ठीक है जी, Ctrl+O जिहड़ा हैगा शॉर्टकट की दी वरतों करो, या फिर दोस्तों GIMP दे जिहड़ा हैगा वै मेन इंटरफेस की वर्किंग एरिया में डबल क्लिक करो। उस तो बाद दोस्तों की है जिहड़ा अपना डायलॉग बॉक्स में दिखाई देगा, इस तरह की तस्वीर नूं सिलैक्ट करके ओपन बटन पर क्लिक करो तो आ जाएगा, ठीक है जी। तो वड्डे उत्तर वाले प्रश्न दोस्तों अगर तुसीं करने हैं तो तुसीं कर सकते हो, रीडिंग लै लो इन्हां दी स्क्रीन, ठीक है जी, जो उपर मैं तुहानूं दिखाईयां हैं, ठीक है जी, तुसीं अपने गाइड दे विच भी कर सकते हो। बाकी अगर तुसीं इन्हां ने देखने हैं देख लो, ठीक है जी, बट आने तो हाँ नहीं ये चैप्टर दे विच, अगर तुसीं देखने हैं तो देख लो, की पता हो सकता कि यह जिहड़े लॉन्ग क्वेश्चन आंसर हैं तुहानूं छोटे दे विच पुछ लिया जाए। तो हुण चलो दोस्तों आखिरी चैप्टर है तुहाडा ये। तो देखो पहला प्रश्न की है कंप्यूटर, आह तुहाडा 9वां चैप्टर है, आखिरी है आडियो और वीडियो एडिटिंग, ठीक है दोस्तों। ये की है देखो जिहड़ा अपना कंप्यूटर नूं ये आडियो फाइल्स चलाउण लई जिहड़ा वक्खो वक्खरे, ठीक है, आडियो कोड्स की जरूरत होंदी है। उस तो बाद की है दूसरा, तो देखो MP3 फॉर्मेट एक आम आडियो फॉर्मेट है जो कि इलैक्ट्रॉनिक डिवाइस विच वड्डे पद्धर ते प्ले किया जाता है। उस तो बाद की है तीसरा, तो देखो आडियो वाइज आडियो CD ते जिहड़ा हैगा वा CDA फॉर्मेट विच स्टोर कीतियां जांदियां हन। वीडियो विच जिहड़ा हैगा विजुअल अते आडियो भाग विच सिर्फ जिहड़ा हैगा दोस्तों आवाज़ हुंदी है। उस तो बाद की है वीडियो नूं भागां विच वंडण दी प्रक्रिया नूं की कहंदे हन, स्प्लिटिंग कहंदे हन। ते सही गल ते देखो दोस्तों की है मूवी
ਨੂੰ ਬਣਾਉਣ ਦੇ ਕੰਮ ਵਿੱਚ 5 ਪੜਾਵਾਂ ਵਿੱਚ ਵੰਡਿਆ ਜਾਂਦਾ ਹੈ, ਗਲਤ। ਵੀਡੀਓ ਐਡੀਟਿੰਗ ਵਿੱਚ ਸਿਰਫ ਇੱਕ ਵੀਡੀਓ ਕਲਿੱਪ ਦੇ ਨਾਲ ਕੰਮ ਕੀਤਾ ਜਾਂਦਾ ਹੈ, ਗਲਤ। ਵੀਡੀਓ ਮਰਜ ਕਰਨ ਤੋਂ ਭਾਵ ਕਲਿੱਪ ਨੂੰ ਕਈ ਹਿੱਸਿਆਂ ਵਿੱਚ ਵੰਡਣਾ ਹੁੰਦਾ ਹੈ, ਗਲਤ। ਠੀਕ ਹੈ ਜੀ। ਵੀਡੀਓ ਨੂੰ ਫਾਈਲ ਨੂੰ ਐਕਸਪੋਰਟ ਕਰਨ ਦੀ ਪ੍ਰਕਿਰਿਆ ਨੂੰ ਆਰੰਭ ਕਰਨ ਤੋਂ ਪਹਿਲਾਂ ਪ੍ਰੋਜੈਕਟ ਨੂੰ ਸੇਵ ਕਰ ਲੈਣਾ ਚਾਹੀਦਾ ਹੈ, ਸਹੀ। ਠੀਕ ਹੈ ਜੀ। ਤੇ MPEG 4 ਵੀਡੀਓ ਫਾਰਮੈਟ ਆਡੀਓ ਅਤੇ ਵੀਡੀਓ ਜਿਹੜਾ ਹੈਗਾ ਟਰੈਕਸ ਲਈ ਵੱਖਰੇ ਕੰਪਰੈਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਕੰਪਰੈਸ਼ਨ ਕਰਦਾ ਹੈ, ਤਾਂ ਦੋਸਤੋ ਸਹੀ। ਤਾਂ ਹੁਣ ਦੇਖੋ ਪੂਰੇ ਨਾਮ ਲਿਖੋ। MP4 ਦਾ ਕੀ ਆ ਜਾਏਗਾ ਦੋਸਤੋ, ਮੂਵਿੰਗ ਪਿਕਚਰ ਐਕਸਪਰਟ ਗਰੁੱਪ 4। MP3 ਦਾ ਆ ਜਾਏਗਾ MPEG ਆਡੀਓ ਲੇਅਰ 3 ਤੇ WMV ਦਾ ਆ ਜਾਏਗਾ ਵਿੰਡੋ ਮੀਡੀਆ ਵੀਡੀਓ ਤੇ FLDB ਦਾ ਆ ਜਾਏਗਾ ਫਲੈਸ਼ ਵੀਡੀਓ। ABI ਦਾ ਆ ਜਾਏਗਾ ਦੋਸਤੋ ਆਡੀਓ ਵੀਡੀਓ ਇੰਟਰਲਿਵਡ। ਠੀਕ ਹੈ ਜੀ। ਤੇ ਹੁਣ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕੀ ਹੈ, ਦੇਖ ਸਕਦੇ ਹੋ ਕਿ ਮੂਵੀ ਨੂੰ ਬਣਾਉਣ ਦੇ 3 ਪੜਾਵਾਂ ਦੇ ਨਾਂ ਦੱਸੋ। ਤਾਂ ਦੇਖੋ ਪ੍ਰੀ ਪ੍ਰੋਡਕਸ਼ਨ, ਠੀਕ ਹੈ ਜੀ, ਪ੍ਰੋਡਕਸ਼ਨ ਤੇ ਆਪਣਾ ਪੋਸਟ ਪ੍ਰੋਡਕਸ਼ਨ। ਪ੍ਰੀ ਪ੍ਰੋਡਕਸ਼ਨ ਦੇ ਵਿੱਚ ਦੋਸਤੋ ਇਹ ਸ਼ੁਰੂਆਤੀ ਦਾ ਪੜਾਅ ਹੈ। ਇਸ ਪੜਾਅ ਵਿੱਚ ਮੂਵੀ ਨੂੰ ਸਕ੍ਰਿਪਟ ਲਿਖੀ ਜਾਂਦੀ ਹੈ, ਕੰਮ ਕਰਨ ਵਾਲੇ ਲੋਕਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਫਿਰ ਇਸ ਜਿਹੜਾ ਸ਼ਾਰਟਸ ਦੀ ਯੋਜਨਾ ਬਣਾਈ ਜਾਂਦੀ ਹੈ। ਪ੍ਰੋਡਕਸ਼ਨ ਦੇ ਵਿੱਚ ਦੋਸਤੋ ਕੀ ਹੈ ਦੋਸਤੋ, ਇਸ ਪੜਾਅ ਵਿੱਚ ਵੀਡੀਓ ਦੀ ਜਿਹੜੀ ਹੈਗੀ ਹੈ ਸ਼ੂਟਿੰਗ ਸ਼ਾਮਿਲ ਹੈ। ਪ੍ਰੀ ਪ੍ਰੋਡਕਸ਼ਨ ਦੇ ਵਿੱਚ ਦੋਸਤੋ ਇਸ ਪੜਾਅ ਵਿੱਚ ਵੀਡੀਓ ਐਡੀਟਿੰਗ ਸੌਫਟਵੇਅਰ ਨਾਲ ਵੀਡੀਓ ਐਡੀਟਿੰਗ, ਆਡੀਓ ਐਡੀਟਿੰਗ ਅਤੇ ਮੂਵੀ ਵਿੱਚ ਸਪੈਸ਼ਲ ਇਫੈਕਟਸ ਲਗਾਉਣ ਦਾ ਕੰਮ ਕੀਤਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਕਿ 3 ਵੀਡੀਓ ਐਡੀਟਿੰਗ ਸੌਫਟਵੇਅਰਾਂ ਦੇ ਨਾਂ ਦੱਸੋ। ਤਾਂ ਦੇਖੋ ਸਕਦੇ ਹੋ ਇਹਦੇ ਵਿੱਚ ਕੀ ਹੈ, ਪਹਿਲਾ ਵਿੰਡੋ ਆਪਰੇਟਿੰਗ ਸਿਸਟਮ ਲਈ ਦੋਸਤੋ ਫਿਲਮੋਰਾ ਪ੍ਰੋ, ਵਿੰਡੋ ਮੂਵੀ ਮੇਕਰ, ਅਡੋਬ ਪ੍ਰੀਮੀਅਰ ਪ੍ਰੋ CC। ਠੀਕ ਹੈ ਜੀ। ਤੇ ਐਂਡਰੋਇਡ ਲਈ ਦੋਸਤੋ ਜਿਹੜਾ ਹੈਗਾ ਆਪਰੇਟਿੰਗ ਸਿਸਟਮ ਲਈ ਅਡੋਬ ਪ੍ਰੀਮੀਅਰ ਪ੍ਰੋ, ਕਾਈਨਮਾਸਟਰ, ਵਾਈਵਾ ਵੀਡੀਓ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੀ ਹੈ ਕਿ CD ਰਿਪਿੰਗ ਤੋਂ ਕੀ ਭਾਵ ਹੈ, ਆਡੀਓ CD ਵਿੱਚ ਆਡੀਓ ਫਾਈਲਸ ਨੂੰ ਜਿਹੜਾ ਹੈਗਾ ਟਰੈਕਸ ਦੇ ਰੂਪ ਵਿੱਚ ਸਟੋਰ ਕੀਤਾ ਜਾਂਦਾ ਹੈ। ਇਹਨਾਂ ਆਡੀਓ ਨੂੰ CDs ਨੂੰ ਹੋਮ ਥੀਏਟਰ, ਹਾਈਫਾਈ ਆਡੀਓ ਸਿਸਟਮ ਆਦਿ ਤੇ ਸਿੱਧੇ ਤੌਰ ਤੇ ਚਲਾਇਆ ਜਾ ਸਕਦਾ ਹੈ, ਪਰੰਤੂ ਅਸੀਂ ਇਹਨਾਂ ਟਰੈਕਸ ਨੂੰ ਕਾਪੀ ਪੇਸਟ ਤਰੀਕੇ ਨਾਲ ਕੰਪਿਊਟਰ 'ਤੇ ਸੇਵ ਨਹੀਂ ਕਰ ਸਕਦੇ। ਇਹਨਾਂ ਟਰੈਕਸ ਨੂੰ ਕਾਪੀ ਕਰਨ ਦੇ ਲਈ ਉਹਨਾਂ ਕੰਪਿਊਟਰਾਂ 'ਤੇ ਪਲੇ ਹੋਣ ਵਾਲੀ ਫਾਈਲ ਜਿਵੇਂ ਕਿ MP3, ਵੇਵ, WAV, ਠੀਕ ਹੈ ਜੀ, ਆਦਿ ਵਿੱਚ ਸਟੋਰ ਕਰਨ ਦੀ ਪ੍ਰਕਿਰਿਆ ਨੂੰ CD ਰਿਪਿੰਗ ਕਿਹਾ ਜਾਂਦਾ ਹੈ। ਇਸ ਕੰਮ ਲਈ ਸਾਨੂੰ ਹੈਗਾ CD ਰਿਪਿੰਗ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਜਿਹੜੇ ਵਿਸ਼ੇਸ਼ ਸਾਫਟਵੇਅਰ ਦੀ ਜ਼ਰੂਰਤ ਪੈਂਦੀ ਹੈ। ਤੇ ਅੱਗੇ ਕੀ ਹੈ ਕਿ ਕੋਡ ਕੀ ਹੈ, CODC ਕੋਡਸ ਕੀ ਹੁੰਦੇ ਹਨ। ਤਾਂ ਦੋਸਤੋ ਦੇਖੋ ਕੋਡੋਕਸ ਨਹੀਂ ਲਿਖਿਆ ਇੱਥੇ, ਕੋਡੋਕ ਲਿਖਿਆ ਹੋਇਆ ਹੈ। ਕੋਡੋਕ ਇੱਕ ਫਾਈਲ ਜਾਂ ਫਿਰ ਪ੍ਰੋਗਰਾਮ ਹੁੰਦਾ ਹੈ ਜੋ ਇੱਕ ਡਿਜੀਟਲ ਮੀਡੀਆ ਫਾਈਲ ਨੂੰ ਕੰਪਰੈਸ ਅਤੇ ਜਿਹੜਾ ਡੀਕੰਪਰੈਸ ਕਰਨ ਲਈ ਵਰਤਿਆ ਜਾਂਦਾ ਹੈ। ਠੀਕ ਹੈ ਜੀ। ਕੋਡੋਕ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਦੋਸਤੋ, ਇੱਕ ਹੈਗਾ ਇਨਕੋਡਰ ਅਤੇ ਡਿਕੋਡਰ। ਇਨਕੋਡਰ ਮੀਡੀਆ ਨੂੰ ਦੋਸਤੋ ਕੰਪਰੈਸ ਕਰਨ ਦਾ ਕੰਮ, ਠੀਕ ਹੈ ਜੀ, ਇਨਕੋਡਿੰਗ ਕਰਦਾ ਹੈ ਅਤੇ ਡਿਕੋਡਰ ਕੰਪਰੈਸ ਕਰਨ ਦਾ ਕੰਮ ਡਿਕੋਡਿੰਗ ਕਰਦਾ ਹੈ। ਕੁਝ ਕੋਡੋਕਸ ਵਿੱਚ ਇਹ ਦੋਵੇਂ ਭਾਗ ਸ਼ਾਮਿਲ ਹੁੰਦੇ ਹਨ ਅਤੇ ਕੁਝ ਕੋਡੋਕਸ ਵਿੱਚ ਇਹਨਾਂ ਵਿੱਚੋਂ ਸਿਰਫ ਇੱਕ ਸ਼ਾਮਿਲ ਹੁੰਦਾ ਹੈ। ਉਦਾਹਰਨ ਦੇ ਲਈ ਜਦੋਂ ਇੱਕ ਆਡੀਓ CD ਤੋਂ ਕੰਪਿਊਟਰ 'ਤੇ ਇੱਕ ਗਾਣਾ ਰਿਪ ਕੀਤਾ ਜਾਂਦਾ ਹੈ ਤਾਂ ਵਿੰਡੋਜ਼ ਮੀਡੀਆ ਪਲੇਅਰ ਆਡੀਓ ਕੋਡੈਕ ਦੀ ਵਰਤੋਂ ਨਾਲ ਇਹ ਗਾਣੇ ਨੂੰ ਮੂਲ ਡਿਫਾਲਟ ਰੂਪ ਵਿੱਚ ਯਾਨੀ ਕਿ .wma ਵਿੰਡੋ ਮੀਡੀਆ ਐਸਐਸ ਫਾਈਲ ਵਿੱਚ ਕੰਪਰੈਸ ਕਰਦਾ ਹੈ। ਜਦੋਂ WMA ਫਾਈਲ ਨੂੰ, ਠੀਕ ਹੈ ਜੀ, ਜਿਹੜਾ ਹੈਗਾ ਪਲੇ ਕੀਤਾ ਜਾਂਦਾ ਹੈ ਤਾਂ ਵਿੰਡੋਜ਼ ਮੀਡੀਆ ਪਲੇਅਰ ਆਡੀਓ ਕੋਡੋਕ ਦੀ ਵਰਤੋਂ ਨਾਲ ਫਾਈਲ ਨੂੰ ਡੀਕੰਪਰੈਸ ਕਰਦਾ ਹੈ ਤਾਂ ਜੋ ਸਹੀ ਢੰਗ ਨਾਲ ਜਿਹੜਾ ਹੈਗਾ ਆਡੀਓ ਪਲੇ ਕੀਤਾ ਜਾ ਸਕੇ। ਠੀਕ ਹੈ। ਉਸ ਤੋਂ ਬਾਅਦ ਦੋਸਤੋ ਕੀ ਹੈ ਵੀਡੀਓ ਸਪਲਿਟ ਕੀ ਹੈ। ਤਾਂ ਦੇਖੋ ਕਈ ਵਾਰੀ ਸਾਨੂੰ ਵੀਡੀਓ ਦੇ ਸ਼ੁਰੂਆਤ ਅਤੇ ਅੰਤ ਵਿੱਚ ਅਨਲੋੜੀਂਦੀ ਵੀਡੀਓ ਨੂੰ ਰਿਮੂਵ ਕਰਨ ਦੀ ਜ਼ਰੂਰਤ ਪੈਂਦੀ ਹੈ, ਤਾਂ ਫਿਰ ਵੀਡੀਓ ਨੂੰ ਕਿਸੇ ਹਿੱਸੇ ਨੂੰ, ਠੀਕ ਹੈ, ਖਤਮ ਕਰਨ ਦਾ ਸਾਡਾ ਜ਼ਰੂਰਤ ਹੋਵੇਗੀ। ਤਾਂ ਦੋਸਤੋ ਵੀਡੀਓ ਨੂੰ ਲੰਬਾਈ ਵਿੱਚ ਜ਼ਰੂਰਤ ਅਨੁਸਾਰ ਇਸ ਤਰ੍ਹਾਂ ਕਾਂਟ ਛਾਟ ਕਰਕੇ, ਠੀਕ ਹੈ ਜੀ, ਬਦਲਾਅ ਕਰਨ ਦਾ ਵੀਡੀਓ ਨੂੰ, ਠੀਕ ਹੈ ਜੀ, ਵੀਡੀਓ ਕਟਿੰਗ ਕਿਹਾ ਜਾਂਦਾ ਹੈ। ਵੀਡੀਓ ਕਟਿੰਗ ਨਾਲ ਸੰਬੰਧਿਤ ਕੁਝ ਸ਼ਬਦ ਹੇਠ ਲਿਖੇ ਹਨ ਜਿਵੇਂ ਕਿ ਟ੍ਰਿਮ। ਜਦੋਂ ਅਸੀਂ ਆਪਣੇ ਵੀਡੀਓ ਨੂੰ ਟ੍ਰਿਮ ਕਰਦੇ ਹਾਂ ਤਾਂ ਅਸੀਂ ਕਲਿੱਪਾਂ ਦੇ ਸ਼ੁਰੂ ਜਾਂ ਫਿਰ ਅੰਤ ਵਿੱਚ ਕੁਝ ਹਿੱਸਿਆਂ ਨੂੰ ਖਤਮ ਕਰ ਦਿੰਦੇ ਹਾਂ। ਕੱਟ ਇਸ ਤੋਂ ਭਾਵ ਹੈ ਕਿ ਵੀਡੀਓ ਕਲਿੱਪ ਦੇ ਕਿਸੇ ਭਾਗ ਨੂੰ ਕੱਟਣਾ। ਸਪਲਿਟ ਜਦੋਂ ਲੰਬੀ ਵੀਡੀਓ ਨੂੰ ਛੋਟੇ ਭਾਗਾਂ ਵਿੱਚ ਵੰਡਿਆ ਜਾਵੇ ਤੇ ਇਸ ਪ੍ਰਕਿਰਿਆ ਨੂੰ, ਠੀਕ ਹੈ ਜੀ, ਸਪਲਿਟ ਕਿਹਾ ਜਾਂਦਾ ਹੈ। ਤੇ ਉਸ ਤੋਂ ਬਾਅਦ ਦੋਸਤੋ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹਨ। ਠੀਕ ਹੈ ਜੀ। ਤੁਸੀਂ ਇਹਨਾਂ ਦੀ ਰੀਡਿੰਗ ਲੈਣੀ ਹੈ ਤਾਂ ਲੈ ਸਕਦੇ ਹੋ। ਬਾਕੀ ਇਹ ਤੁਹਾਨੂੰ ਪੇਪਰ ਦੇ ਵਿੱਚ ਵੱਡੇ ਉੱਤਰਾਂ ਵਾਲੇ ਆਣਗੇ ਨਹੀਂ। ਬਾਕੀ ਹੋ ਸਕਦਾ ਦੋਸਤੋ ਕਿ ਇਹਨੂੰ ਛੋਟਾ ਪ੍ਰਸ਼ਨ ਬਣਾ ਕੇ ਪੁੱਛ ਲੈਣ। ਤਾਂ ਦੋਸਤੋ ਤੁਹਾਡੇ ਕੋਲ ਜਿਹੜੀ ਗਾਈਡ ਹੋਊਗੀ ਉਹਦੇ ਵਿੱਚੋਂ ਕਰ ਲਿਓ, ਇੱਕ ਵਾਰੀ ਰੀਡਿੰਗ ਲੈ ਲਿਓ। ਠੀਕ ਹੈ ਜੀ। ਹੋ ਸਕਦਾ ਕਿ ਛੋਟੇ ਦੇ ਵਿੱਚ ਪੁੱਛ ਲੈਣ। ਬਾਕੀ ਦੋਸਤੋ ਇਹ ਵੱਡੇ ਉੱਤਰਾਂ ਵਾਲੇ ਤੁਹਾਨੂੰ ਇਹ ਚੈਪਟਰ ਦੇ ਵਿੱਚੋਂ ਨਹੀਂ ਆਣਗੇ ਕਿਉਂਕਿ ਉਹਨਾਂ ਨੇ ਸਿੱਧਾ ਪਹਿਲਾਂ ਹੀ ਕਹਿ ਦਿੱਤਾ ਸੀਗਾ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਕਿ ਜਿਹੜੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹਨ 6 ਅੰਕਾਂ ਵਾਲੇ ਉਹ ਤੁਹਾਨੂੰ ਆਣਗੇ ਤੀਸਰੇ ਚੈਪਟਰ ਦੇ ਵਿੱਚੋਂ ਤੇ ਆਣਗੇ ਆਪਣਾ 5ਵੇਂ ਚੈਪਟਰ ਦੇ ਵਿੱਚੋਂ। ਤਾਂ ਦੋਸਤੋ ਇੱਥੇ ਹੀ ਇਹ ਤੁਹਾਡਾ ਸਮਾਪਤ ਹੁੰਦਾ ਵਾ, ਆਪਣੇ ਸਾਰਾ ਕੁਝ ਹੋ ਚੁੱਕਿਆ ਵਾ। ਠੀਕ ਹੈ ਜੀ। ਚੈਪਟਰ ਵਾਈਜ਼ ਤੁਹਾਡੇ ਜਿਹੜੇ ਇੰਪੋਰਟੈਂਟ ਕੁਐਸਚਨ ਸੀਗੇ ਉਹ ਸਮਾਪਤ ਹੋ ਚੁੱਕੇ ਹਨ ਕੰਪਿਊਟਰ ਸਾਇੰਸ ਦਾ 12ਵੀਂ ਕਲਾਸ ਵਾਲਿਆਂ ਦਾ। ਠੀਕ ਹੈ ਜੀ। ਤਾਂ ਬਾਕੀ ਹੋਰ ਕੁਝ ਵੀ ਸਾਡੇ ਕੋਲ ਪਹੁੰਚਦਾ ਤਾਂ ਉਹਨੂੰ ਕਰਾਵਾਂਗੇ। ਬਾਕੀ ਆਪਣਾ ਇੱਕ ਟੈਲੀਗ੍ਰਾਮ ਚੈਨਲ ਬਣਿਆ ਹੈ ਮੈਮੋਰੀਅਲ ਜਨਰੇਸ਼ਨ PSB ਦੇ ਨਾਮ ਤੋਂ, ਉਸਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਸਕਰੀਨ ਤੇ ਦਿਖ ਰਿਹਾ ਹੈ, ਟੈਲੀਗ੍ਰਾਮ ਤੇ ਜਾ ਕੇ ਸਰਚ ਕਰਿਓ ਮੈਮੋਰੀਅਲ ਜਨਰੇਸ਼ਨ PSB, ਉਸਨੂੰ ਆ ਜਾਊਗਾ, ਜੁਆਇਨ ਕਰ ਲਿਓ। ਬਾਕੀ ਲਿੰਕ ਵੀ ਦਿੱਤਾ ਹੋਇਆ ਹੈ। ਬਾਕੀ ਦੋਸਤੋ ਚਲੋ ਠੀਕ ਹੈ ਜੀ, ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ।